ਦੁਨੀਆ ਭਰ ਵਿੱਚ ਲੋਟਸ ਟੀਵੀ ਦੇਖਦੇ ਮੇਰੇ ਸੂਝਵਾਨ ਦਰਸ਼ਕਾਂ ਨੂੰ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਨਮੋ ਬੁੱਧਾ, ਜੈ ਭੀਮ, ਜੈ ਪੁਰਬੁੱਧ ਭਾਰਤ। ਲੋਟਸ ਟੀਵੀ ਜੋ ਕਿ ਡਾਕਟਰ ਅੰਬੇਦਕਰ ਮੈਮੋਰੀਅਲ ਕਮੇਟੀ ਦਾ ਮੀਡੀਆ ਵਿੰਗ ਹੈ ਅਤੇ ਆਪ ਇਸ ਨੂੰ ਸਕਾਈ ਚੈਨਲ 772 ਤੇ ਦੇਖ ਰਹੇ ਹੋ। ਤੇ ਇਹ ਪ੍ਰੋਗਰਾਮ ਹਰ ਸੰਡੇ UK ਟਾਈਮ ਦੇ ਹਿਸਾਬ ਨਾਲ 6 ਤੋਂ ਲੈ ਕੇ 7 ਵਜੇ ਤੱਕ ਪੇਸ਼ ਕੀਤਾ ਜਾਂਦਾ ਹੈ ਤੇ ਇਹੀ ਪ੍ਰੋਗਰਾਮ ਫਿਰ ਨੈਕਸਟ ਵੈਂਸਡੇ ਦੁਪਹਿਰੇ 2 ਤੋਂ ਲੈ ਕੇ 3 ਵਜੇ ਤੱਕ ਵੀ ਰਿਪੀਟ ਕੀਤਾ ਜਾਂਦਾ ਹੈ। ਲੋਟਸ ਟੀਵੀ ਨੂੰ ਆਪ ਸਾਰੀ ਦੁਨੀਆ ਵਿੱਚ ਵੀ ਦੇਖ ਸਕਦੇ ਹੋ। ਜਸਟ ਲੌਗ ਔਨ kanchytv.co.uk or you can just go on YouTube ਚੈਨਲ ਧੰਨ ਭੀਮਾ ਧੰਨ ਨੂੰ ਸਰਚ ਕਰੋ ਤੇ ਆਪਣੇ ਆਪ ਚੱਲ ਪਵੇਗਾ। ਆਪ ਸਭ ਨੂੰ ਬੇਨਤੀ ਹੈ ਕਿ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਲੋਟਸ ਟੀਵੀ ਦੇਖਣ ਅਤੇ ਸਹਿਯੋਗ ਦੇਣ ਦੇ ਲਈ, ਸਪੋਰਟ ਕਰਨੇ ਦੇ ਲਈ ਜ਼ਰੂਰ ਪ੍ਰੇਰੋ। ਜੇਕਰ ਆਪ ਫਾਈਨੈਂਸ਼ੀਅਲ ਸਪੋਰਟ ਕਰਨਾ ਚਾਹੋ ਤਾਂ ਆਪਣੇ ਟੀਵੀ ਸਕਰੀਨ ਤੇ ਚੱਲ ਰਹੀ ਇਨਫੋਰਮੇਸ਼ਨ ਨੂੰ ਫੋਲੋ ਕਰੋ। ਅਸੀਂ ਆਪ ਜੀ ਦੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ। ਇਸ ਹਫਤੇ ਦੀਆਂ ਜੋ ਇਨਫੋਰਮੇਸ਼ਨਸ ਹਨ, ਸਭ ਤੋਂ ਪਹਿਲਾਂ ਸਪਾਂਸਰਸ਼ਿਪ ਹੈ ਜੋ ਅੱਜ ਦੀ ਪ੍ਰੋਗਰਾਮ ਦੀ ਸੇਵਾ ਹੈ, ਜੋ ਸਾਡੇ ਡਾਕਟਰ ਅੰਬੇਦਕਰ ਮੈਮੋਰੀਅਲ ਕਮੇਟੀ ਦੇ ਬਹੁਤ ਹੀ ਡੈਡੀਕੇਟਡ ਅਤੇ ਸਹਿਯੋਗੀ ਬੰਗੜ ਪਰਿਵਾਰ ਵੱਲੋਂ ਆਪਣੇ ਬਹੁਤ ਹੀ ਸਤਿਕਾਰਯੋਗ ਪਿਤਾ ਜੀ ਅਤੇ ਕਮੇਟੀ ਦੇ ਅਣਥੱਕ ਸੇਵਾਦਾਰ ਮਾਨਯੋਗ ਪੂਰਨ ਚੰਦ ਬੰਗੜ ਜੀ ਦੀ ਯਾਦ ਵਿੱਚ ਅੱਜ ਦੇ ਪ੍ਰੋਗਰਾਮ ਦੀ ਸੇਵਾ ਲਈ ਹੈ, ਜੋ ਕਿ 19 ਨਵੰਬਰ 2005 ਨੂੰ ਸਾਡੇ ਤੋਂ ਵਿਛੜ ਗਏ ਸਨ। ਰਿਸਪੈਕਟਡ ਪੂਰਨ ਚੰਦ ਜੀ ਬੁੱਧ ਵਿਹਾਰ ਦੇ ਕੰਮਾਂ ਵਿੱਚ ਬਹੁਤ ਹੀ ਵੱਡਾ ਯੋਗਦਾਨ ਪਾਇਆ ਕਰਦੇ ਸਨ। ਉਹਨਾਂ ਨੇ ਆਪਣੇ ਬੱਚਿਆਂ ਨੂੰ ਅੱਛੀ ਐਜੂਕੇਸ਼ਨ ਅਤੇ ਵਧੀਆ ਸੰਸਕਾਰ ਦਿੱਤੇ। ਅੰਕਲ ਪੂਰਨ ਚੰਦ ਜੀ ਨੂੰ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਉਹਨਾਂ ਦਾ ਸਾਰਾ ਪਰਿਵਾਰ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ, ਉਹਨਾਂ ਦਾ ਪਰਿਵਾਰ ਲਾਈਕ ਮਿਸ ਤਰਸੇਮ ਲਾਲ ਬੰਗੜ ਐਂਡ ਮਿਸਿਸ ਜਮਨਾ ਦੇਵੀ, Mr. Dharmpal Bangad and Mrs. Jugindro Bangad, Mr. Sunil Bangad and Mrs. Mindro Bangad, late Mr. Hansraj Bangad ji, Mr. Surinder Pal Bangad and Mrs. Sarita Bangad, Mr. Raj Bangad and Mrs. Tajinder Kaur Bangad, Mr. Ramlal Kanth and Mrs. Resho Kanth, and late Mr. Suneri Lal Patia and Mrs. Satya Patia, all ਸਾਰੇ ਬੱਚਿਆਂ ਦੇ ਗ੍ਰੈਂਡ ਚਿਲਡਰਨ ਅਤੇ ਗ੍ਰੇਟ ਗ੍ਰੈਂਡ ਚਿਲਡਰਨ ਅਤੇ ਸਾਰੇ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਵੱਲੋਂ ਆਪ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ ਅਤੇ ਖਾਸ ਕਰਕੇ ਡਾਕਟਰ ਅੰਬੇਦਕਰ ਮੈਮੋਰੀਅਲ ਕਮੇਟੀ ਦੇ ਗ੍ਰੇਟਨ ਵੱਲੋਂ ਨਿੱਘੀ ਸ਼ਰਧਾਂਜਲੀ ਅਤੇ ਆਪ ਜੀ ਨੂੰ ਕੋਟੀ ਕੋਟੀ ਪ੍ਰਣਾਮ ਪੇਸ਼ ਕਰਦੇ ਹਾਂ। ਅੰਤ ਵਿੱਚ ਅਸੀਂ ਸਾਰੇ ਹੀ ਬਹੁਤ ਧੰਮ ਸੰਘ ਦੀ ਇਨਕੰਪਾ ਨਾਲ ਇਹੀ ਕਾਮਨਾ ਕਰਦੇ ਹਾਂ ਕਿ ਅੰਕਲ ਪੂਰਨ ਚੰਦ ਬੰਗੜ ਜੀ ਆਪਣੇ ਕੀਤੇ ਕੁਸ਼ਲ ਕੰਮਾਂ ਦੇ ਲਾਭ ਨਾਲ ਪ੍ਰੀਨਿਰਵਾਣ ਦੇ ਪੰਥੀ ਬਣ। ਸਾਧੂ ਸਾਧੂ ਸਾਧੂ। ਤੇ ਜਿਸ ਤਰ੍ਹਾਂ ਆਪ ਜਾਣਦੇ ਹੀ ਹੋ ਕਿ ਬੁੱਧ ਧੰਮ ਵਿੱਚ ਫੁੱਲ ਮੂਨ ਡੇ ਦੀ ਬੜੀ ਮਹੱਤਤਾ ਹੈ। ਅਗਲਾ ਫੁੱਲ ਮੂਨ ਡੇ ਜੋ ਕਿ 8 ਦਸੰਬਰ 2022 ਨੂੰ ਥਰਸਡੇ ਸ਼ਾਮ ਨੂੰ 7 ਤੋਂ ਲੈ ਕੇ 9 ਵਜੇ ਤੱਕ ਮਨਾਇਆ ਜਾਵੇਗਾ। ਆਪ ਸਭ ਨੂੰ ਬੇਨਤੀ ਹੈ ਕਿ 8 ਦਸੰਬਰ ਸ਼ਾਮ ਨੂੰ 7 ਵਜੇ ਸਰ ਪਹੁੰਚਣ ਦੀ ਕਿਰਪਾਲਤਾ ਕਰਨੀ। ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਬਾਬਾ ਸਾਹਿਬ ਦੇ ਪਰਿਨਿਰਵਾਣ ਦਿਵਸ 6 ਦਸੰਬਰ ਨੂੰ ਹੈ ਤੇ ਡਾਕਟਰ ਅੰਬੇਦਕਰ ਮੈਮੋਰੀਅਲ ਕਮੇਟੀ ਅਤੇ ਲੋਟਸ ਟੀਵੀ ਬਾਬਾ ਸਾਹਿਬ ਨੂੰ ਸ਼ਰਧਾਂਜਲੀਆਂ ਦਿੰਦੇ ਹੋਏ ਮਨਾਉਂਦੇ ਹਾਂ। ਤੇ ਇਸ ਸਾਲ 11 ਦਸੰਬਰ ਦਿਨ ਸੰਡੇ ਨੂੰ ਬੜੀ ਸ਼ਰਧਾ ਪੂਰਵਕ ਦੁਪਹਿਰੇ ਦਿਨ ਦੇ 1 ਵਜੇ ਤੋਂ ਲੈ ਕੇ 4 ਵਜੇ ਤੱਕ ਬੁੱਧ ਵਿਹਾਰ ਵਿੱਚ ਮਨਾਇਆ ਜਾਵੇਗਾ ਅਤੇ ਸ਼ਾਮ ਨੂੰ ਲੋਟਸ ਟੀਵੀ ਤੇ ਸੰਡੇ 6 ਤੋਂ ਲੈ ਕੇ 7 ਵਜੇ ਤੱਕ ਬਹੁਤ ਹੀ ਖਾਸ ਪ੍ਰੋਗਰਾਮ ਆਪ ਲਈ ਪੇਸ਼ ਕੀਤਾ ਜਾਵੇਗਾ। ਸੋ ਦੇਖਣਾ ਨਾ ਭੁੱਲਣਾ ਲੋਟਸ ਟੀਵੀ। ਤੇ ਇੱਕ ਹੋਰ ਛੋਟੀ ਜਿਹੀ ਇਨਫੋਰਮੇਸ਼ਨ ਹੈ। ਮਾਨਯੋਗ ਹਰਬਲਾਸ ਕੌਲ ਦੇ ਪਰਿਵਾਰ ਵੱਲੋਂ ਬੜੀ ਹੀ ਸ਼ਰਧਾ ਪੂਰਵਕ ਉਹਨਾਂ ਦੀ ਮੈਮੋਰੀਅਲ ਸਰਵਿਸ ਬੁੱਧ ਵਿਹਾਰ ਵਿਖੇ ਮਨਾਈ ਗਈ। ਜਗਦੀਸ਼ ਦਾਦਰਾ ਜੀ ਨੇ 2 ਗਥਾਵਾਂ ਵੀ ਗਾਈਆਂ ਅਤੇ ਕੌਲ ਪਰਿਵਾਰ ਵੱਲੋਂ 150 ਪਾਉਂਡ ਲੋਟਸ ਟੀਵੀ ਨੂੰ ਅਤੇ 150 ਪਾਉਂਡ ਬੁੱਧ ਵਿਹਾਰ ਨੂੰ ਦਾਨ ਕੀਤਾ ਗਿਆ। ਅਸੀਂ ਉਹਨਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ। ਥੈਂਕ ਯੂ।
ਸਾਰਿਆਂ ਦਾ। ਸਾਰੀ ਦੁਨੀਆ ਭਰ ਵਿੱਚ ਇਸ ਹਫ਼ਤੇ ਸੰਵਿਧਾਨ ਦਿਵਸ ਮਨਾਇਆ ਜਾ ਰਿਹਾ ਹੈ। ਇਸੇ ਕੜੀ ਵਿੱਚ ਬਾਬਾ ਸਾਹਿਬ ਬੌਨ ਯੂਨੀਵਰਸਿਟੀ, ਜਿੱਥੇ ਕਿ ਬਾਬਾ ਸਾਹਿਬ ਪੜ੍ਹੇ ਅਤੇ ਡਿਗਰੀ ਵੀ ਲਈ, ਅਤੇ ਡਾਕਟਰ ਅੰਬੇਦਕਰ ਮੈਮੋਰੀਅਲ ਕਮੇਟੀ ਦੇ ਬਹੁਤ ਹੀ ਆਦਰਣੀय ਸਪੋਰਟਰ ਮਾਨਯੋਗ ਸੋਹਣ ਲਾਲ ਸਾਂਪਲਾ ਜੀ ਬੜੇ ਮਾਣ ਨਾਲ ਖਬਰ ਦਿੰਦੇ ਹਨ ਕਿ ਜਰਮਨੀ ਦੀ ਸਿਰਮੌਰ ਸੰਸਥਾ ਡਾਕਟਰ ਅੰਬੇਦਕਰ ਮਿਸ਼ਨ ਸੁਸਾਇਟੀ ਯੂਰਪ ਵੱਲੋਂ ਸੰਵਿਧਾਨ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਉਹ ਵੀ ਬੌਨ ਯੂਨੀਵਰਸਿਟੀ ਦੇ ਵਿੱਚ ਮਨਾਇਆ ਗਿਆ, ਜਿੱਥੇ ਬਾਬਾ ਸਾਹਿਬ ਪੜ੍ਹੇ ਸਨ। ਡਾਕਟਰ ਅੰਬੇਦਕਰ ਮਿਸ਼ਨ ਸੁਸਾਇਟੀ ਯੂਰਪ, ਡਾਕਟਰ ਅੰਬੇਦਕਰ ਮੈਮੋਰੀਅਲ ਕਮੇਟੀ ਅਤੇ ਲੋਟਸ ਟੀਵੀ ਦੀ ਪੂਰੀ ਟੀਮ ਵੱਲੋਂ ਆਪ ਜੀ ਨੂੰ ਬਹੁਤ ਬਹੁਤ ਵਧਾਈਆਂ ਅਤੇ ਫਿਊਚਰ ਦੇ ਲਈ ਵੀ ਆਪ ਜੀ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ। ਇਸ ਦੇ ਨਾਲ ਹੀ ਤੇ ਪ੍ਰੋਗਰਾਮ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਅੱਜ ਦੇ ਆਏ ਮਹਿਮਾਨ ਦਾ ਵੈਲਕਮ ਅਤੇ ਜਾਣ ਪਛਾਣ ਕਰਾਉਣੀ ਬਹੁਤ ਜ਼ਰੂਰੀ ਹੈ। ਵੈਸੇ ਤਾਂ ਸਾਡੇ ਸਤਿਕਾਰਯੋਗ ਮਹਿਮਾਨ ਕਿਸੇ ਵੀ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹਨ। ਹਾਂ, ਫਿਰ ਵੀ ਰਸਮੀ ਤੌਰ 'ਤੇ ਜ਼ਰੂਰੀ ਹੈ। ਸਖਤ ਮਿਹਨਤ ਕਰਨ ਦਾ ਜਜ਼ਬਾ ਅਤੇ ਲੋਕ ਸੇਵਾ ਦੇ ਜਨੂੰਨ ਨੇ ਕੌਂਸਲ ਦੀ ਸਭ ਤੋਂ ਵੱਡੀ ਪਦਵੀ ਨਾਲ ਸਨਮਾਨ ਪਾਇਆ ਅਤੇ ਰਿਟਾਇਰਡ ਹੋ ਕੇ ਵੀ ਲੋਕਪ੍ਰਿਯਤਾ ਵਿੱਚ ਕੋਈ ਕਮੀ ਨਹੀਂ ਆਈ। ਕੌਂਸਲ ਵੱਲੋਂ ਐਲਡਰਮੈਨ ਦਾ ਖਿਤਾਬ ਪਾਇਆ। ਲੋਕ ਸੇਵਾ ਦਾ ਸ਼ੌਂਕ ਪੂਰਾ ਕਰਨ ਦੇ ਲਈ ਵੀਕਰੀ ਰੋਡ ਉੱਪਰ ਸੇਵਾ ਸੈਂਟਰ ਖੋਲ੍ਹਿਆ ਅਤੇ ਕਮਿਊਨਿਟੀ ਦੇ ਹਰ ਕੰਮ ਦੇ ਲਈ ਸਦਾ ਤਿਆਰ ਰਹਿੰਦੇ ਹਨ। ਇਹ ਹਨ ਸਾਡੇ ਬਹੁਤ ਹੀ ਸਤਿਕਾਰਯੋਗ ਮਾਨਯੋਗ ਬਿਸ਼ਨ ਦਾਸ ਬੈਂਸ ਜੀ। ਬੈਂਸ ਸਾਹਿਬ, ਆਪ ਜੀ ਦਾ ਲੋਟਸ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ। ਨਮੋ ਬੁੱਧਾ, ਜੈ ਭੀਮ ਸਾਰਿਆਂ ਨੂੰ। ਥੈਂਕ ਯੂ। ਚਲੋ ਪਿਆਰੇ ਦਰਸ਼ਕੋ, ਕੁਝ ਕਹਿਣ ਤੋਂ ਪਹਿਲਾਂ ਮੈਂ ਵੀ ਆਪਣੀ ਵੱਲੋਂ ਬਹੁਤ ਹੀ ਤਹਿ ਦਿਲ ਤੋਂ ਪੂਰਨ ਚੰਦ ਬੰਗੜ ਉਹਨਾਂ ਨੂੰ ਆਪਣੀ ਸ਼ਰਧਾਂਜਲੀ ਭੇਂਟ ਕਰਦਾ ਹਾਂ, ਕਿਉਂਕਿ ਬਹੁਤ ਟਾਈਮ ਉਹਨਾਂ ਦੇ ਨਾਲ ਤੇ ਉਹਨਾਂ ਦੇ ਵੱਡੇ ਭਾਈ ਉਹਨਾਂ ਦੇ ਨਾਲ ਵੀ ਅਸੀਂ ਕਾਫੀ ਕੰਮ, ਬਹੁਤ ਲੰਮਾ ਅਰਸਾ ਅਸੀਂ ਉਹਨਾਂ ਦੇ ਨਾਲ ਕੰਮ ਕੀਤਾ ਮਿਸ਼ਨ ਦੇ ਲਈ। ਸੋ ਮੇਰੀ ਉਹਨਾਂ ਨੂੰ ਤਹਿ ਦਿਲ ਤੋਂ ਸ਼ਰਧਾਂਜਲੀ ਹੈ ਔਰ ਉਮੀਦ ਰੱਖਦੇ ਹਾਂ ਕਿ ਉਹ ਪੂਰਨ ਚੰਦ ਜੀ ਜਿਹੜੇ ਸਾਡੇ ਕੋਲੋਂ ਵਿਛੜ ਗਏ ਆ, ਉਹ ਬਿਲਕੁਲ ਉਹਨਾਂ ਨੇ ਪੂਰਨ ਨਿਰਵਾਣ ਪਾਇਆ ਹੋਵੇਗਾ, ਕਿਉਂਕਿ ਉਹਨਾਂ ਨੇ ਲੋਕ ਭਲਾਈ ਬਾਬਾ ਸਾਹਿਬ ਦੇ ਮਿਸ਼ਨ ਲਈ ਬਹੁਤ ਹੀ ਸਾਥ ਦਿੱਤਾ, ਬਹੁਤ ਹੀ ਕੰਮ ਕੀਤਾ। ਹੁਣ ਅੱਜ ਦਾ ਜਿਹੜਾ ਹੈਗਾ ਵਿਸ਼ਾ ਪਿਆਰੇ ਦਰਸ਼ਕੋ, ਇਹ ਹੈ ਕੰਸਟੀਟਿਊਸ਼ਨ। ਕੰਸਟੀਟਿਊਸ਼ਨ ਜਿਹੜਾ ਹੈਗਾ ਭਾਰਤ ਦਾ, ਉਹ ਬਣਨ ਤੋਂ ਪਹਿਲਾਂ ਕਾਫੀ ਦੇਰ ਤੋਂ ਇਹਦੇ ਬਾਰੇ ਜਦੋਜਹਿਦ ਹੋ ਰਹੀ ਸੀ। ਖਾਸ ਤੌਰ 'ਤੇ ਕਾਂਗਰਸੀ ਜਿਹੜੇ ਲੀਡਰ ਸਨ, ਉਹ ਕਹਿ ਰਹੇ ਸਨ ਕਿ ਕੰਸਟੀਟਿਊਸ਼ਨ ਜਿਹੜੀ ਅਸੈਂਬਲੀ ਆ ਉਹ ਬਣਾਈ ਜਾਵੇ। ਔਰ ਦੇਖੋ, ਇਤਿਹਾਸ ਦੇ ਗੱਲ ਕਰਦੇ ਆ, ਥੋੜ੍ਹਾ ਜਿਹਾ ਪਿੱਛੇ ਲੈ ਜਾਈਏ। 1928 ਨੂੰ ਸਾਈਮਨ ਕਮਿਸ਼ਨ ਜਿਸਲੇ ਇੱਥੇ ਇੰਡੀਆ ਆਇਆ ਔਰ ਸਾਰਿਆਂ ਨੇ ਬਾਈਕਾਟ ਕੀਤਾ, ਪਰ ਬਾਬਾ ਸਾਹਿਬ ਨੇ ਆਪਣੀਆਂ ਜਿਹੜੀਆਂ ਮੰਗਾਂ ਸੀਗੀਆਂ ਉਹਨਾਂ ਦੇ ਸਾਹਮਣੇ ਰੱਖੀਆਂ। ਔਰ 1928 ਤੋਂ ਲਾ ਕੇ ਮੇਰਾ ਖਿਆਲ ਕਿ 4-5 ਦਫਾ ਜੀ ਅਲੱਗ-ਅਲੱਗ ਲੀਡਰਾਂ ਨੇ ਅੰਗਰੇਜ਼ੀ ਜਿਹੜੀ ਹੁਕੂਮਤ ਸੀਗੀ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਡਾ ਕੰਸਟੀਟਿਊਸ਼ਨ ਬਣਾਓ ਔਰ ਇਹਦੇ ਲਈ ਇੱਕ ਕੰਸਟੀਟਿਊਸ਼ਨ ਕਮੇਟੀ ਜਿਹੜੀ ਤੈਅ ਕਰੋ। ਪਰ ਉਹਨਾਂ ਦੀ ਜਿਹੜੀ ਆ ਉਹ ਮੰਗ ਜਿਹੜੀ ਕਦੀ ਨਹੀਂ ਮੰਨੀ ਗਈ ਸੀਗੀ। ਔਰ ਉਲਟਾ ਉਹਨਾਂ ਨੇ 1935 ਦਾ ਜਿਹੜਾ ਗਵਰਨਮੈਂਟ ਆਫ ਇੰਡੀਆ ਐਕਟ ਲੈ ਆਂਦਾ ਸੀ, ਜਿਹਦੇ ਅੰਡਰ ਇਹ ਸੀਗਾ ਮੁਲਕ ਰਾਜ ਜੀ ਕਿ ਸਖਤੀ ਦੇ ਨਾਲ ਵਰਤਿਆ ਜਾਵੇ। ਜਿਹੜੇ ਵੀ ਮਤਲਬ ਆਜ਼ਾਦੀ ਦੇ ਘੁਲਾਟੀਏ ਹਨ, ਜਿਹੜੇ ਡਿਸਟਰਬੈਂਸ ਕਰਦੇ ਹਨ, ਅੰਗਰੇਜ਼ਾਂ ਦੀ ਹੁਕੂਮਤ ਨਹੀਂ ਮੰਨਦੇ, ਉਹਨਾਂ ਦੇ ਨਾਲ ਮਤਲਬ ਸਖਤੀ ਨਾਲ ਵਰਤਿਆ ਜਾਵੇ। ਸੋ ਬਹੁਤ ਸਾਰੀਆਂ ਗੱਲਾਂ ਹੋਈਆਂ ਉਸ ਤੋਂ ਬਾਅਦ। ਖੈਰ, ਇਹ ਹੈ ਕਿ ਜਿਹੜਾ ਅਖੀਰ ਆਇਆ ਉਹ ਇਹ ਸੀਗਾ ਕਿ ਅੰਗਰੇਜ਼ਾਂ ਨੇ ਫੈਸਲਾ ਕਰ ਲਿਆ, ਜਦ ਮਤਲਬ ਸੈਕੰਡ ਵਰਲਡ ਵਾਰ ਤੋਂ ਬਾਅਦ ਜ਼ਿਆਦਾ ਕੁਇਟ ਇੰਡੀਆ ਦੀ ਮੂਵਮੈਂਟ ਆ ਗਈ ਔਰ ਉਹਨਾਂ ਨੂੰ ਫਿਰ ਕੋਈ ਇਹ ਆ ਕਿ ਰਸਤਾ ਨਹੀਂ ਮਿਲਿਆ ਭਾਰਤ ਨੂੰ ਟਾਲ ਮਟੋਲ ਕਰਨ ਦਾ। ਔਰ ਆਜ਼ਾਦੀ ਤੋਂ ਪਹਿਲਾਂ ਉਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਲੜਾਈ ਤੋਂ ਪਹਿਲਾਂ, ਸੈਕੰਡ ਵਰਲਡ ਜਿਹੜੀ ਲੜਾਈ ਸੀਗੀ ਉਸ ਤੋਂ ਪਹਿਲਾਂ ਇਹ ਫੈਸਲਾ ਕੀਤਾ ਸੀਗਾ ਕਿ ਭਾਰਤ ਸਾਡਾ ਲੜਾਈ ਦੇ ਵਿੱਚ ਸਾਥ ਦੇਵੇ। ਜਿਸਲੇ ਲੜਾਈ ਖਤਮ ਹੋ ਗਈ, ਅਸੀਂ ਭਾਰਤ ਨੂੰ, ਅਸੀਂ ਤੁਹਾਨੂੰ ਆਜ਼ਾਦ ਕਰ ਦਿਆਂਗੇ। ਜਿਸਲੇ
1945 ਦੇ ਵਿੱਚ ਆਜ਼ਾਦੀ ਖਤਮ ਹੋਈ ਲੜਾਈ ਖਤਮ ਹੋਈ ਤਾਂ ਅੰਗਰੇਜ਼ਾਂ ਨੇ ਫਿਰ ਟਾਲ ਮਟੋਲ ਕਰਨਾ ਸ਼ੁਰੂ ਕਰ ਦਿੱਤਾ। ਔਰ ਉਸ ਤੋਂ ਵੀ ਪਹਿਲਾਂ 1942 ਦੇ ਵਿੱਚ ਕੁਇਟ ਇੰਡੀਆ ਦੀ ਮੂਵਮੈਂਟ ਚੱਲ ਪਈ। ਸਾਰਾ ਜਿਹੜੇ ਇੰਡੀਆ ਸੀਗਾ ਉਹ ਆਜ਼ਾਦੀ ਦਾ ਇੱਕ ਕਿਸਮ ਦਾ ਜਨੂਨ ਉਹਨਾਂ ਦੇ ਸਿਰ ਤੇ ਇਹ ਆ ਕਿ ਸਵਾਰ ਸੀਗਾ ਕਿ ਅਸੀਂ ਆਜ਼ਾਦੀ ਲੈਣੀ ਜ਼ਰੂਰ ਆ, ਸਾਡਾ ਮੁਲਕ ਆ ਔਰ ਅਸੀਂ ਆਜ਼ਾਦੀ ਲੈ ਕੇ ਰਹਾਂਗੇ। ਅਖੀਰ ਅੰਗਰੇਜ਼ਾਂ ਨੇ ਇਹ ਆ ਕਿ 18 ਜੁਲਾਈ 1947 ਨੂੰ ਦੇ ਗਵਰਨਮੈਂਟ ਆਫ ਇੰਡੀਆ ਐਕਟ ਜਿਹੜਾ ਉਹ ਪਾਸ ਕੀਤਾ ਬ੍ਰਿਟਿਸ਼ ਗਵਰਨਮੈਂਟ ਨੇ। ਔਰ ਉਸ ਟਾਈਮ ਤੇ ਲੇਬਰ ਪਾਰਟੀ ਦੀ ਗਵਰਨਮੈਂਟ ਸੀ। ਕਲੇਮੈਂਟ ਐਟਲੇ ਜਿਹੜਾ ਸੀਗਾ ਉਹ ਪ੍ਰਾਈਮ ਮਿਨਿਸਟਰ ਸੀਗਾ। ਸੋ ਪਿਆਰੇ ਦਰਸ਼ਕੋ 18 ਜੁਲਾਈ 1947 ਨੂੰ ਜਿਹੜਾ ਗਵਰਨਮੈਂਟ ਆਫ ਇੰਡੀਆ ਉਹ ਉਹਨਾਂ ਨੇ ਪਾਸ ਕਰਕੇ 15 ਅਗਸਤ 1947 ਨੂੰ ਭਾਰਤ ਨੂੰ ਆਜ਼ਾਦੀ ਦੇ ਦਿੱਤੀ ਜੀ। ਔਰ ਆਜ਼ਾਦੀ ਦੇਣ ਤੋਂ ਬਾਅਦ ਨਾਲ ਹੀ ਇਹ ਆ ਕਿ 2 ਸਤੰਬਰ 1947 ਨੂੰ ਇਹ ਕੇਅਰਟੇਕਰ ਗਵਰਨਮੈਂਟ ਆਫ ਇੰਡੀਆ ਜਿਹੜੀ ਉਹ ਉਹਨਾਂ ਨੇ ਸਥਾਪਿਤ ਕਰ ਦਿੱਤੀ ਜੀ। ਔਰ ਉਹ ਜਿਹੜੀ ਕੇਅਰਟੇਕਰ ਗਵਰਨਮੈਂਟ ਸੀਗੀ ਉਹਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਪ੍ਰਾਈਮ ਮਿਨਿਸਟਰ ਤੇ ਬਾਕੀ ਮਿਨਿਸਟਰ ਬਹੁਤ ਸਾਰੇ, ਬਾਬਾ ਸਾਹਿਬ ਵੀ ਉਹਦੇ ਵਿੱਚ ਮਿਨਿਸਟਰ ਉਹਨਾਂ ਨੇ ਲਏ ਸੀ ਔਰ ਕਿਉਂਕਿ ਉਹਨਾਂ ਨੂੰ ਜ਼ਰੂਰਤ ਸੀਗੀ। ਸੋ ਇਹ ਹੈਗਾ ਮਤਲਬ ਆਜ਼ਾਦੀ ਤੱਕ। ਪਰ ਇਹ ਸਾਨੂੰ ਥੋੜ੍ਹਾ ਜਿਹਾ ਪਿੱਛੇ ਜਾ ਕੇ ਸੋਚਣਾ ਚਾਹੀਦਾ ਕਿ ਆਜ਼ਾਦੀ ਜਿਹੜੀ ਆ ਉਹ ਕਿਸ ਤਰ੍ਹਾਂ ਮਿਲੀ ਜੀ। ਹਾਂਜੀ। ਔਰ ਭਾਰਤ ਦੀ ਆਜ਼ਾਦੀ ਦਾ ਇੱਕ ਬਹੁਤ ਹੀ ਮਹੱਤਵਪੂਰਨ ਪਿਆਰੇ ਦਰਸ਼ਕੋ ਇਤਿਹਾਸ ਹੈ ਔਰ ਬਹੁਤ ਹੀ ਲੰਬਾ ਇਤਿਹਾਸ ਹੈ। ਜੇ ਗੱਲ ਇਹ ਹੈ ਕਿ 1957 ਤੋਂ ਲਾ ਕੇ ਆਜ਼ਾਦੀ ਦੀ ਲੜਾਈ ਚੱਲਦੀ ਰਹੀ ਆ, ਤਕਰੀਬਨ 100 ਸਾਲ ਜੀ ਹੈ ਜੀ ਅਰਸਾ ਆਉਂਦਾ ਹੈਗਾ। ਔਰ ਕਈ ਸਾਲਾਂ ਦੀ ਜਦੋਜਹਿਦ, ਹਜ਼ਾਰਾਂ ਹੀ ਕੁਰਬਾਨੀਆਂ ਔਰ ਸ਼ਹੀਦੀਆਂ ਦਾ ਸਦਕਾ ਭਾਰਤ ਆਜ਼ਾਦ ਹੋਇਆ ਔਰ ਲੋਕਾਂ ਦੇ ਦਿਲਾਂ ਵਿੱਚ ਖੁਸ਼ੀਆਂ ਦੀਆਂ ਲਹਿਰਾਂ ਜਿਹੜੀਆਂ ਹੈਗੀਆਂ ਉਹ ਦੌੜਨ ਲੱਗ ਪਈਆਂ। ਸਾਡਾ ਦੇਸ਼ ਔਰ ਸਾਡਾ ਨਵਾਂ ਭਾਰਤ, ਨਵੀਆਂ ਮੰਗਾਂ, ਨਵੀਆਂ ਉਮੀਦਾਂ, ਨਵੇਂ ਸੁਪਨੇ, ਆਪਣਾ ਦੇਸ਼, ਆਪਣੀ ਸਰਕਾਰ, ਆਪਣਾ ਭਵਿੱਖ ਉਜਵਲ ਦਿਖਾਈ ਦੇਣ ਲੱਗਾ। ਲੋਕਾਂ ਦੇ ਦਿਲਾਂ ਦੇ ਵਿੱਚ ਬਹੁਤ ਸਾਰੇ ਬਲਬਲੇ ਸੀਗੇ ਵੀ ਲੈ ਵੀ ਹੁਣ ਸਾਨੂੰ ਸਾਰਾ ਕੁਝ ਮਿਲ ਜਾਣਾ। ਔਰ ਉਸ ਟਾਈਮ ਤੇ ਸੀਗਾ ਵੀ ਕਿ ਉਸ ਟਾਈਮ ਤੇ ਮੁਲਕ ਰਾਜ ਜੀ ਕਿ ਸਪੀਚਾਂ ਇਹੋ ਜਿਹੀਆਂ ਕਰਦੇ ਸਨ ਕਿ ਭਾਰਤ ਆਜ਼ਾਦ ਹੋ ਜਾਏਗਾ ਤੇ ਭਾਰਤ ਜਿਹੜਾ ਮੁੜ ਕੇ ਸੋਨੇ ਦੀ ਚਿੜੀਆ ਬਣ ਜਾਊਗਾ, ਦੁੱਧ ਦੀਆਂ ਨਦੀਆਂ ਵਹਿਊਗੀਆਂ, ਭਾਰਤ ਮਾਲਾ-ਮਾਲ ਹੋ ਜਾਏਗਾ, ਕੋਈ ਭੁੱਖਾ ਨਹੀਂ ਰਹੇਗਾ, ਕੋਈ ਨੰਗਾ ਨਹੀਂ ਰਹੇਗਾ। ਸੋ ਇਹੋ ਜਿਹੀਆਂ ਸਪੀਚਾਂ ਜਿਹੜੀਆਂ ਭਾਰਤ ਦੇ ਜਿਹੜੇ ਲੀਡਰ ਸੀਗੇ ਉਹਨਾਂ ਦੇ ਕੋਲੋਂ ਹੋ ਰਹੀਆਂ ਸਨ ਜੀ। ਔਰ ਉਸ ਤੋਂ ਬਾਅਦ ਇਹ ਆ ਕਿ ਕਨਸਟੀਟਿਊਸ਼ਨ ਦੇ ਉੱਤੇ ਆਪਾਂ ਆਉਂਦੇ ਆ। ਕਨਸਟੀਟਿਊਸ਼ਨ ਜਿਹੜਾ ਹੈਗਾ ਇਹਦੇ ਲਈ ਕਮੇਟੀ ਜਿਹੜੀ ਆ 1947 ਤੋਂ ਪਹਿਲਾਂ ਹੀ ਸੈਟਅਪ ਕਰ ਦਿੱਤੀ ਗਈ ਸੀਗੀ ਔਰ 1946 ਦੇ ਵਿੱਚ ਕਨਸਟੀਟਿਊਸ਼ਨ ਕਮੇਟੀ ਜਿਹੜੀ ਉਹ ਸੈਟਅਪ ਕੀਤੀ ਔਰ 9 ਦਸੰਬਰ 1946 ਦੇ ਵਿੱਚ ਉਹਦੀ ਪਹਿਲੀ ਮੀਟਿੰਗ ਹੋਈ ਜੀ। 1946 ਦੇ ਵਿੱਚ ਪਹਿਲੀ ਮੀਟਿੰਗ ਹੋਈ ਔਰ ਉਸ ਕਨਸਟੀਟਿਊਸ਼ਨ ਕਮੇਟੀ ਦੇ ਜਿਹੜੇ ਚੇਅਰਮੈਨ ਸੀਗੇ ਉਹ ਸੀਗੇ ਪ੍ਰੈਜ਼ੀਡੈਂਟ ਸੀਗੇ ਰਜਿੰਦਰ ਪ੍ਰਸਾਦ ਜੀ ਔਰ ਵਾਈਸ ਪ੍ਰੈਜ਼ੀਡੈਂਟ ਉਹਨਾਂ ਦੇ ਸੀਗੇ ਟੀ ਕ੍ਰਿਸ਼ਨਾਮਾਚਾਰੀ, 2 ਸੀਗੇ, ਇੱਕ ਮੁਖਰਜੀ ਹੈ ਜੀ। ਇਹ 2 ਜਣੇ ਜਿਹੜੇ ਸੀਗੇ ਮਤਲਬ ਵਾਈਸ ਪ੍ਰੈਜ਼ੀਡੈਂਟ ਸੀਗੇ ਜੀ। ਔਰ ਉਹਦੇ ਵਿੱਚ 389 ਜਿਹੜੇ ਸੀਗੇ ਮੈਂਬਰ ਲੈ ਗਏ ਔਰ ਉਹ ਜਿਹੜੇ ਮੈਂਬਰ ਆ ਕਈ ਦਫਾ ਇਹ ਪੁੱਛਦੇ ਆ ਲੋਕ ਕਿ ਉਹ ਕਿੱਥੋਂ ਲੈ, ਕਿਉਂਕਿ ਉਸ ਟਾਈਮ ਤੇ ਇਹ ਸੀਗਾ ਕਿ ਬਹੁਤ ਸਾਰੀਆਂ ਰਿਆਸਤਾਂ ਸਨ, ਰਾਜੇ ਸਨ, ਪ੍ਰਿੰਸ ਸਨ ਔਰ ਕਈ ਰਿਆਸਤਾਂ ਦੇ ਵਿੱਚ ਮਤਲਬ ਅੰਗਰੇਜ਼ਾਂ ਦਾ ਰਾਜ ਸੀਗਾ। ਸੋ ਉਸ ਟਾਈਮ ਦੇ ਉੱਤੇ ਕੋਈ ਇੱਕ ਫਾਰਮੂਲਾ ਨਹੀਂ ਅਪਣਾਇਆ ਗਿਆ ਸੀਗਾ ਕਿ ਇਸ ਫਾਰਮੂਲੇ ਦੇ ਅੰਡਰ ਹੀ ਸਾਰੇ ਆਉਣ ਜੀ। ਕੁਛ ਤਾਂ ਇਲੈਕਟ ਕਰਕੇ ਆ ਗਏ ਵਿੰਗੇ ਸਿੱਧੇ ਤਰੀਕੇ ਨਾਲ, ਕੁਛ ਜਿਹੜੇ ਪ੍ਰਿੰਸਲੀ ਸਟੇਟਾਂ ਸੀਗੀਆਂ ਜਿਨ੍ਹਾਂ ਦੇ ਉੱਤੇ ਹਾਲੇ ਰਾਜੇ ਵੀ ਸੀਗੇ ਔਰ ਉਹ ਕੋਆਪਰੇਟ ਕਰ ਰਹੇ ਸੀਗੇ ਆਜ਼ਾਦੀ ਵਾਸਤੇ, ਉਹਨਾਂ ਨੇ ਵੀ ਆਪਣਾ ਨੁਮਾਇੰਦੇ ਦਿੱਤੇ ਕਨਸਟੀਟਿਊਸ਼ਨ ਬਣਾਉਣ ਲਈ। ਸੋ ਇਹੋ ਜਿਹੀਆਂ ਕੁਛ ਨਾਮਜ਼ਦਗੀ ਹੋਈਆਂ ਔਰ ਕੁਛ ਇਹ ਸੀਗੀਆਂ ਕਿ ਇਲੈਕਸ਼ਨ ਕਰਕੇ ਆਈਆਂ। ਸੋ ਇਹ ਹੈਗਾ ਪਿਆਰੇ ਦਰਸ਼ਕੋ ਕਿ ਕਨਸਟੀਟਿਊਸ਼ਨ ਦੀ ਕਮੇਟੀ ਬਣ ਤੱਕ ਔਰ ਇਹ ਆ ਕਿ ਕਨਸਟੀਟਿਊਸ਼ਨ ਜਿਹੜਾ ਹੈਗਾ ਅਖੀਰ ਇਹ ਆ ਕਿ ਉਹਦੀ ਜਿਹੜੀ ਆ 19 ਅਗਸਤ 1949 ਨੂੰ ਕਨਸਟੀਟਿਊਸ਼ਨ ਦੀ ਜਿਹੜੀ ਡਰਾਫਟਿੰਗ ਕਮੇਟੀ ਜਿਹੜੀ ਹੈਗੀ ਆ ਉਹ ਬਿਲਕੁਲ ਸੈਟਅਪ ਹੋ ਗਈ। ਉਹਦੀਆਂ ਮੀਟਿੰਗਾਂ ਹੋਣੀਆਂ ਸ਼ੁਰੂ ਹੋ ਗਈਆਂ ਮਤਲਬ ਆਪਣੇ ਆਜ਼ਾਦੀ ਤੋਂ ਬਾਅਦ
ਔਰ ਉਹਦੇ ਨਾਲ ਹੀ ਇਹ ਆ ਕਿ ਇੱਕ ਉਹਨਾਂ ਨੇ ਕਮੇਟੀ ਜਿਹੜੀ ਬਣਾਈ ਕਨਸਟੀਟਿਊਸ਼ਨ ਡਰਾਫਟਿੰਗ ਕਮੇਟੀ, ਜੀ। ਕਿਉਂਕਿ ਕੋਈ ਵੀ ਕੰਮ ਬਣਾਉਂਦੇ ਆ ਕਰਦੇ ਆ ਉਹਦੀਆਂ ਸਬ ਕਮੇਟੀਆਂ ਬਣਾਉਂਦੇ ਆ ਜੀ ਜਿਸ ਤਰ੍ਹਾਂ ਮਤਲਬ ਰਾਉਂਡ ਟੇਬਲ ਕਾਨਫਰੰਸ ਦੀਆਂ ਸੀਗੀਆਂ ਇਕੁਆਲਿਟੀ ਦੀ ਕਮੇਟੀ ਸੈਪਰੇਟ ਸੀ, ਬਾਬਾ ਸਾਹਿਬ ਉੱਥੇ ਮਤਲਬ ਉਸ ਕਮੇਟੀ ਤੇ ਗਏ ਔਰ ਉਸ ਕਮੇਟੀ ਮਤਲਬ ਜਿਹੜੀ ਸਾਰੀ ਕਨਸਟੀਟਿਊਸ਼ਨ ਕਮੇਟੀ ਸੀਗੀ ਉਹਦੀਆਂ 2-3 ਕਮੇਟੀਆਂ ਉਹਨਾਂ ਨੇ ਅਲੱਗ-ਅਲੱਗ ਬਣਾਤੀਆਂ ਉਹ ਖਾਸ ਤੌਰ ਤੇ ਇੱਕ ਕਮੇਟੀ ਬਣਾਈ ਕਿ ਜਿਹੜਾ ਕਨਸਟੀਟਿਊਸ਼ਨ ਨੂੰ ਡਰਾਫਟ ਕਰਕੇ ਕਨਸਟੀਟਿਊਸ਼ਨ ਅਸੈਂਬਲੀ ਨੂੰ ਪੇਸ਼ ਕਰੇਗੀ। ਜੀ ਹਾਂਜੀ, ਇਹ ਇੱਕ ਬਹੁਤ ਵੱਡਾ ਕੰਮ ਸੀਗਾ ਔਰ ਉਹਦੇ ਵਿੱਚ ਇਹ ਆ ਕਿ ਕੋਈ ਵੀ ਐਵੇਂ ਜਿਹੜਾ ਉੱਠ ਕੇ ਭਾਈ ਪੋਲੀਟੀਸ਼ੀਅਨ ਜਾਂ ਚੌਧਰ ਵਾਲਾ ਨਹੀਂ ਆ ਸਕਦਾ ਸੀਗਾ, ਉਹ ਜਿਹਨੂੰ ਪਤਾ ਹੋਵੇ ਉਹੀ ਆ ਸਕਦਾ ਸੀਗਾ। ਬਹੁਤ ਦਿਮਾਗ ਦੀ ਜ਼ਰੂਰਤ ਸੀਗੀ, ਬਹੁਤ ਕਾਨੂੰਨਦਾਨਾਂ ਦੀ ਜ਼ਰੂਰਤ ਸੀਗੀ ਔਰ ਉਹਦੇ ਵਿੱਚ ਉਹਨਾਂ ਨੇ ਚੋਣ ਮਿਣ ਕੇ 7 ਮੈਂਬਰ ਜਿਹੜੇ ਆ ਕਨਸਟੀਟਿਊਸ਼ਨ ਜਿਹੜੀ ਹੈਗੀ ਆ ਡਰਾਫਟਿੰਗ ਕਮੇਟੀ ਉਹਦੇ ਵਿੱਚ 7 ਮੈਂਬਰੀ ਇੱਕ ਕਮੇਟੀ ਬਣਾਈ ਔਰ ਜਿਹਦੇ ਕਿ ਬਾਬਾ ਸਾਹਿਬ ਚੇਅਰਮੈਨ ਅਪਾਇੰਟ ਹੋਏ ਜੀ। ਔਰ ਪਿਆਰੇ ਦਰਸ਼ਕੋ ਇਹ ਇੱਕ ਬੜੀ ਮਤਲਬ ਇਤਿਹਾਸਕ ਗੱਲ ਹੈਗੀ ਆ ਕਿ ਬਾਬਾ ਸਾਹਿਬ ਅਪਾਇੰਟ ਤਾਂ ਹੋ ਗਿਆ ਚੇਅਰਮੈਨ, ਸਾਰਾ ਹੀ ਵਜਨ ਉਹਨਾਂ ਦੇ ਉੱਤੇ ਡਿੱਗ ਪਿਆ। ਤੁਸੀਂ ਸਾਹਮਣੇ ਕਿ ਜਿਸਲੇ ਕੋਈ ਚੇਅਰਮੈਨ ਹੋਵੇ, ਪ੍ਰੈਜ਼ੀਡੈਂਟ ਹੋਵੇ, ਪ੍ਰਾਈਮ ਮਿਨਿਸਟਰ ਹੋਵੇ, ਉਹਦੀਆਂ ਜ਼ਿੰਮੇਵਾਰੀਆਂ ਵੱਧ ਹੁੰਦੀਆਂ ਔਰ ਉਸ ਕੰਮ ਨੂੰ ਸਿਰੇ ਚੜਾਉਣ ਲਈ ਜਿਹੜਾ ਹੈਗਾ ਪ੍ਰੈਸ਼ਰ ਹੈਗਾ ਉਹ ਬਹੁਤ ਵੱਧ ਜਾਂਦਾ ਕਿਉਂਕਿ ਜ਼ਿੰਮੇਵਾਰੀਆਂ ਹੁੰਦੀਆਂ। ਬਿਲਕੁਲ। ਔਰ ਹੋਇਆ ਕਿ ਉਸ ਕਮੇਟੀ ਦੇ ਮੈਂਬਰ ਜਿਹੜੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇੱਕ ਸੀਗਾ ਐਨ ਮਾਧਵ ਰਾਓ, ਸੈਯਦ ਐਮ ਸਦੁੱਲਾ और सर अलाउद्दी अय्यर और के.एम. मुंशी, टी.टी. कृष्णमाचारी और गोपाल स्वामी अयंगर, ये बाबा साहब का नाम पा के 7 मैंबर बनते हैं। और इन्हों के विचों ये की होया प्यारे दर्शकों कि एक अमेरिका गया, उतों सहजे किते मुड़ के ही नहीं आया। हाँ जी, आया तो अपने घर के कामों लिए आया होएगा पर कमेटी के विच उहदा कोई योगदान नहीं रहा, ना ही उन्हें अस्तीफा दिता। देखो इन्हें केयरलैस हो गए कि एक बड़े मुल्क की एडे बड़े मुल्क की एक कन्स्टीट्यूशन बनाने की उन्होंने जिम्मेवारी दी गई और वो अमेरिका घूमदा या घर के कामों च घूमदा। और उस तो बाद यह आ कि एक दी डैथ हो गई जी, ਉਹਦੀ भी रिप्लेसमेंट नहीं हुई और 2 बीमार रहिंदे सीगे। कोई अपने कंस्टीट्यूएंसी दे विच मतलब इहो जी गल भाई जिस तरह किसी ने आना एक मीटिंग दूजी मीटिंग ते ना आना है जी, इहो जी गल हो गई। बाबा साहब दे उत्ते जिहड़ा सारे दा सारा प्रेशर बाबा साहब दे उत्ते पिया, कंस्टीट्यूशन जिहड़ी ड्राफ्ट बनाउणा सीगा और अखीर उन्हां दी सेहत भी खराब हो गई जी और ज़्यादा खराब हो रही सी, शुगर की बीमारी सन और ज़्यादा जिले बीमारी मतलब प्रेशर पवे तो रात दिन वो लगे रहना, अपनी उन्होंने सेहत का भी ख्याल नहीं रखना। सो बाबा साहब के उत्ते प्रेशर ज़्यादा पे बहुत ज़्यादा। अखीर उन्होंने ये आके जड़ा कन्स्टीट्यूशन तैयार कर लिया जी और वो कन्स्टीट्यूशन जड़ा हैगा वो तैयार करके उन्होंने बड़ी मेहनत तो बाद बाबा साहब ने ये आके वो कन्स्टीट्यूशन असैंबली दे विच पेश किया जी। और इत्थे एक गल मैं दस देनी चाहना कि 2 साल 18 महीने 11 महीने 18 दिन लगे है जी। देखो मतलब कितना लंबा टाइम है बिल्कुल। और ये आके खरे किन्ने कॉन्स्टिट्यूशन उन्होंने पढ़े और किन्निया दे विचों उन्होंने घोख विचार कर करा के चंगियां गल्लां उन्हां दे विचों सोना पुण के उन्होंने भारत के कॉन्स्टिट्यूशन दे विच एक मोती परोते बिल्कुल है जी। और ये आके 26 जनवरी 1949 ਨੂੰ ਕਨਸਟੀਟਿਊਸ਼ਨ ਜਿਹੜਾ ਸੀਗਾ ਉਹ ਕਨਸਟੀਟਿਊਸ਼ਨ ਜਿਹੜਾ ਡਰਾਫਟ ਸੀਗਾ ਪਿਆਰੇ ਦਰਸ਼ਕੋ ਫਾਈਨਲ ਕੀਤਾ ਆ ਉਹ ਇਹ ਆ ਕਿ ਕਨਸਟੀਟਿਊਸ਼ਨ ਜਿਹੜੀ ਕਮੇਟੀ ਸੀਗੀ ਅਸੈਂਬਲੀ ਸੀ ਉਹਨਾਂ ਨੇ ਪੇਸ਼ ਕੀਤਾ ਔਰ ਉਹਦੇ ਵਿੱਚ ਬਾਬਾ ਸਾਹਿਬ ਦੇ ਜਿਹੜੇ ਲਫ਼ਜ਼ ਆ ਨਾ ਉਹ ਬਿਲਕੁਲ ਦੱਸਣੇ ਜ਼ਰੂਰੀ ਆ ਜੀ। ਹਾਂਜੀ ਮੁਖਤਾਰ ਜੀ, ਉਹ ਇਹ ਆ ਕਿ ਉਹਨਾਂ ਨੇ ਜਿਹੜੀ ਉਹਨਾਂ ਦੀ ਸਪੀਚ ਹੈ ਨਾ ਕੱਲੇ ਕੱਲੇ ਵਰਡ ਜਿਹੜੇ ਆ ਬਹੁਤ ਇਤਿਹਾਸ ਦੇ ਵਿੱਚ ਮਹੱਤਤਾ ਰੱਖਦੇ ਆ। ਉਹ ਇਹ ਕਹਿੰਦੇ ਸਨ ਕਿ ਅਸੀਂ ਆਪਣੀ ਆਜ਼ਾਦੀ ਪਿਛਲੇ ਟਾਈਮਾਂ 'ਚ ਆਪਣੀ ਆਜ਼ਾਦੀ ਜਿਹੜੀ ਆ ਅਸੀਂ ਆਪਣੇ ਹੀ ਲੋਕਾਂ ਦੀ ਗੁਦਾਰੀ ਅਤੇ ਧੋਖਾਦੇਹੀ ਨਾਲ ਖੋਈ ਸੀ ਜੀ।
ਉਹ ਇਹ ਸੀ ਕਿ 695 ਤੋਂ ਲਾ ਕੇ 715 ਤੱਕ ਮੁਹੰਮਦ ਬਿਨ ਕਾਸਮ ਜਿਹੜਾ ਇਧਰ ਅਰਬਾਂ ਤੋਂ ਆਇਆ ਸੀ ਆਪਣੇ ਦर्रा खैबर ਪਾਰ ਕਰਕੇ, ਔਰ ਉਹ ਵੀ ਜਿਹੜਾ ਸੀਗਾ ਉਹਨੇ ਮਤਲਬ ਭਾਰਤ ਦੇ ਉੱਤੇ ਹਮਲਾ ਕੀਤਾ। ਭਾਰਤ ਦੇ ਵਿੱਚ ਜਿਹੜੇ ਰਾਜੇ ਸੀਗੇ, ਖਾਸ ਤੌਰ ਤੇ ਬਾਬਾ ਸਾਹਿਬ ਨੇ ਮੈਂਸ਼ਨ ਕੀਤਾ ਕਿੰਗ ਦਿਹਾਰ ਦੇ ਕਮਾਂਡਰ ਜਿਹੜੇ ਸੀਗੇ ਉਹ ਵੱਡੀਆਂ ਲੈ ਕੇ ਉਹਨਾਂ ਨੇ ਲੜਨਾ ਵੀ ਆਪਣਾ ਇਨਕਾਰ ਕਰ ਦਿੱਤਾ ਜੀ। ਹਾਂਜੀ, ਸੋ ਇਹ ਆ ਕਿ ਇੱਕ ਗੁਦਾਰੀ ਦੀ ਮਿਸਾਲ ਉਹਨਾਂ ਨੇ ਇਹ ਦਿੱਤੀ ਕਿ ਜਿਹੜੇ ਰਾਜੇ ਸੀਗੇ ਜਾਂ ਉਹਨਾਂ ਦੇ ਕਮਾਂਡਰ ਸੀ, ਉਹਨਾਂ ਨੇ ਵੱਡੀ ਲੈ ਕੇ ਆਪਣੇ ਘਰ ਬਹਿ ਗਏ, ਲੜੇ ਨਹੀਂ, ਉਹ ਮੁਲਕ ਦੀ ਹਿਫਾਜ਼ਤ ਨਹੀਂ ਕੀਤੀ। ਔਰ ਪ੍ਰਿਥਵੀ ਰਾਜ ਜੈਚੰਦ ਦੀ ਕਹਾਣੀ ਸਾਰੇ ਹੀ ਜਾਣਦੇ ਆ ਭਈ ਮੁਲਕ ਦੇ ਜਿਹੜੇ ਸਭ ਤੋਂ ਵੱਡੇ ਗੁਦਾਰ ਅੱਜ ਤਾਈਂ ਗਿਣੇ ਆ, ਹਾਂਜੀ, ਉਹਨਾਂ ਨੇ ਵੀ ਗੁਦਾਰੀ ਕੀਤੀ ਕਿ ਉਹਨਾਂ ਨੇ ਬਾਹਰਲੇ ਜਿਹੜੇ ਰਾਜੇ ਸੀਗੇ ਉਹਨਾਂ ਨੂੰ ਭਾਰਤ ਦੇ ਉੱਤੇ ਹਮਲਾ ਕਰ ਲਏ, ਉਹਨਾਂ ਨੇ ਖੁਦ ਸੱਦਾ ਦਿੱਤਾ। ਬਿਲਕੁਲ, ਹਾਂਜੀ। ਔਰ ਤੀਜਾ ਸੀਗਾ ਕਿ ਸ਼ਿਵਾਜੀ ਮਰਾਠਾ ਹਿੰਦੂਆਂ ਦੀ ਆਜ਼ਾਦੀ ਲਈ ਲੜ ਰਹੇ ਸਨ, ਪਰ ਦੂਸਰੇ ਪਾਸੇ ਮਰਾਠੇ ਅਤੇ ਰਾਜਪੂਤ ਮੁਗਲਾਂ ਦਾ ਸਾਥ ਦੇ ਰਹੇ ਸਨ। ਅੱਛਾ, ਹਾਂਜੀ, ਇਹ ਬਾਬਾ ਸਾਹਿਬ ਨੇ ਇਹ ਉਹਨਾਂ ਦੀ ਇੱਕ ਸਪੀਚ ਦੇ ਵਿੱਚ ਹੈ ਕਿ ਸ਼ਿਵਾਜੀ ਮਰਾਠਾ ਹਿੰਦੂਆਂ ਦੀ ਆਜ਼ਾਦੀ ਲਈ ਲੜ ਰਹੇ ਸਨ, ਔਰ ਦੂਜੇ ਪਾਸੇ ਮਰਾਠੇ ਅਤੇ ਰਾਜਪੂਤ ਰਾਜੇ ਜਿਹੜੇ ਸੀ ਉਹ ਮੁਗਲਾਂ ਦਾ ਸਾਥ ਦੇ ਰਹੇ ਸਨ। ਦੇਖੋ ਨਾ। ਔਰ ਨਾਲ ਹੀ ਇਹ ਵੀ ਆ ਕਿ ਜਦੋਂ ਅੰਗਰੇਜ਼ ਭਾਰਤ ਦੇ ਉੱਤੇ ਕਬਜ਼ਾ ਕਰ ਚੁੱਕੇ ਸਨ, ਪਿਆਰੇ ਦਰਸ਼ਕੋ ਇੱਕ ਗੱਲ ਇੱਥੇ ਦੱਸਣੀ ਜ਼ਰੂਰੀ ਆ ਕਿ ਪੰਜਾਬ ਜਿਹੜਾ ਸੀਗਾ ਉਹ ਅੰਗਰੇਜ਼ਾਂ ਦੇ ਅਧੀਨ ਨਹੀਂ ਹੋਇਆ ਸੀਗਾ ਜੀ until 1959 ਜੀ 58 or 59। ਸੋ ਇਹਦਾ ਮਤਲਬ ਇਹ ਆ ਕਿ ਪੰਜਾਬ ਦੇ ਉੱਤੇ 200 ਸਾਲ ਰਾਜ ਨਹੀਂ ਹੋਇਆ, ਪੰਜਾਬ ਦੇ ਉੱਤੇ 90 ਸਾਲ ਰਾਜ ਹੋਇਆ ਜੀ। ਹਾਂਜੀ, 90 ਥੋੜੇ ਮਤਲਬ 90-92 ਸਾਲ ਪੰਜਾਬ ਦੇ ਉੱਤੇ ਰਾਜ ਹੋਇਆ। ਉਹਦੀ ਵਜ੍ਹਾ ਸੀਗੀ ਕਿ ਮਹਾਰਾਜਾ ਰਣਜੀਤ ਸਿੰਘ ਔਰ ਅੰਗਰੇਜ਼ਾਂ ਦੇ ਵਿੱਚ ਇੱਕ ਅਹਿਦਨਾਮਾ ਹੋਇਆ। ਹਾਂਜੀ, ਉਹਦੀ ਬੜੀ ਲੰਮੀ ਕਹਾਣੀ ਸੀਗੀ। ਮਗਰੋਂ ਰਾਣੀ ਜਿੰਦਾ ਜਿਹੜੇ ਉਹਨੂੰ ਮਾਰ ਨਹੀਂ ਲੱਗੇ ਤਾਂ ਉਹਨੇ ਮੰਨ ਲਓ ਅੰਗਰੇਜ਼ਾਂ ਨੂੰ ਸੱਦਾ ਦਿੱਤਾ ਕਿ ਮੈਨੂੰ ਬਚਾਓ, ਪੰਜਾਬ ਸਾਂਭ ਲਓ ਜੀ। ਔਰ ਲੜਾਈਆਂ ਵੀ ਲੜੀਆਂ। ਔਰ ਬਾਬਾ ਸਾਹਿਬ ਨੇ ਕਿਹਾ ਕਿ ਜਦੋਂ ਅੰਗਰੇਜ਼ ਪੰਜਾਬ ਤੇ ਕਬਜ਼ਾ ਕਰਨ ਲਈ ਲੜ ਰਹੇ ਸਨ ਜੀ, ਔਰ ਸਿੱਖ ਕਮਾਂਡਰ ਚੁੱਪ ਕਰਕੇ ਤਮਾਸ਼ਾ ਦੇਖਦੇ ਰਹੇ, ਹੈਨੀ। ਔਰ ਉਸ ਦੇ ਨਾਲ ਹੀ ਇਹ ਆ ਕਿ ਬਾਬਾ ਸਾਹਿਬ ਨੇ ਇਹ ਆ ਕਿ ਮੈਂ ਸਮਝਣਾ ਕਿ ਇਹ ਜਿਹੜੀ ਹੈਗੀ ਆ ਕਲਿੱਪ ਹੈ ਨਾ, ਅੱਗੇ ਜਾਣ ਤੋਂ ਪਹਿਲਾਂ ਇੱਕ ਮਾੜੀ ਜੀ ਵੀਡੀਓ ਆ, ਟੈਕਨੀਸ਼ੀਅਨ ਜੀ ਉਹ ਮਾੜੀ ਜੀ ਦਿਖਾਇਓ ਅੱਗੇ ਜਾਣ ਤੋਂ ਪਹਿਲਾਂ। ਥੋੜੀਆਂ ਗੱਲਾਂ ਫਿਰ ਬਾਬਾ ਸਾਹਿਬ ਦੀ ਸਪੀਚ ਦੀ ਕਰਾਂਗੇ। थैंक यू। राष्ट्रपति महोदय, सर, मैं ड्राफ्टिंग कमेटी द्वारा निश्चित की हुई संविधान की रूपरेखा को प्रस्तुत करता हूं और निवेदन करता हूं कि इस पर विचार किया जाए। राष्ट्रपति महोदय सर, मैं इस सदन में उपस्थित उन लोगों में से एक हूं जो जानते हैं कि इस संविधान का मसौदा तैयार करने में डॉक्टर अंबेडकर ने कितनी मेहनत और लगन खर्च की है। शायद सदन को पता हो कि उसके द्वारा मनोनीत 7 सदस्यों में से एक ने इस्तीफा दे दिया और उसकी जगह किसी और को नहीं लिया गया। एक सदस्य थे अमेरिका में, तो उनकी जगह भी खाली रही, और एक और सदस्य अपने कुछ कामों में, राज्य के कामों में व्यस्त रहे, इसलिए उनकी जगह भी खाली रही। एक या 2 सदस्य दिल्ली के बाहर थे और शायद सेहत की वजह से शामिल न हो सके। इसलिए आखिर में हुआ यूं कि मसौदा तैयार करने का सारा भार आ पड़ा डॉक्टर अंबेडकर पर, और मुझे कोई शक नहीं कि हम सब उनके अनुग्रहित हैं। मुझे जो भी श्रेय दिया जा रहा है वो मेरे अकेले का नहीं है। इसका कुछ हिस्सा जाता है सर BN राव को, जो कि हमारी इस सभा के संवैधानिक सलाहकार हैं, जिन्होंने ड्राफ्टिंग कमेटी के विचार करने के लिए संविधान का कच्चा मसौदा तैयार किया। इस श्रेय का कुछ हिस्सा उस ड्राफ्टिंग कमेटी के सदस्यों को भी जाना चाहिए। मैं यहां पर संविधान की अच्छाइयां गिनाने नहीं जाऊंगा, क्योंकि मुझे लगता है कि संविधान कितना भी अच्छा क्यों ना हो, वो अंततः बुरा साबित होगा अगर उसे इस्तेमाल में लाने वाले लोग बुरे होंगे। और संविधान कितना भी बुरा क्यों ना हो,
वो अंततः अच्छा साबित होगा अगर उसे इस्तेमाल में लाने वाले लोग अच्छे होंगे। इसलिए जनता और उसके राजनीतिक दलों की भूमिका को संदर्भ में लाए बिना संविधान पर कोई भी निर्णय देना या कोई भी टिप्पणी करना मेरे विचार में व्यर्थ होगा। धन्यवाद। यहां आसन पर बैठे हुए और प्रतिदिन की कार्रवाई को देखते हुए मुझे यह प्रतीत हुआ, जो शायद किसी और को ना हुआ हो, कि कितने उत्साह और लगन के साथ संविधान समिति के सदस्यों ने और खास तौर से उनके चेयरमैन डॉक्टर अंबेडकर ने अपनी खराब सेहत के बावजूद ये काम पूरा किया। वेलकम बैक। आप सब का फिर एक बार स्वागत है। मैं देखो कि बाबा साहब की स्पीच किन्नी दिल ਨੂੰ ਛੂਹਣ ਵਾਲੀ ਸਪੀਚ ਸੀਗੀ, ਕਿੰਨਾ ਬੜੀ ਉਹਨਾਂ ਦੇ ਮਿਹਨਤ, ਉਹਨਾਂ ਦੇ ਲਫ਼ਜ਼ਾਂ ਦੇ ਵਿੱਚੋਂ ਕਿੰਨੀ ਮਿਹਨਤ ਝਲਕ ਰਹੀ ਸੀ। ਆਪਣੇ ਬੈਂਸ ਸਾਹਿਬ ਤੇ ਪਲੀਜ਼ ਆਪ ਕੈਰੀ ਔਨ ਰੱਖੋ। ਹਾਂਜੀ ਪਿਆਰੇ ਦਰਸ਼ਕੋ, ਬਾਬਾ ਸਾਹਿਬ ਦੀ ਜਿਹੜੀ ਸਪੀਚ ਹੈ ਇੱਥੇ ਨਹੀਂ ਖਤਮ ਹੋ ਗਈ। ਉਹਨਾਂ ਨੇ ਆਪਣੀ ਸਪੀਚ ਦੇ ਵਿੱਚ ਤੁਸੀਂ ਦੇਖਿਆ ਆਪਣੇ ਵੀਡੀਓ ਵੀ ਕਲਿੱਪ, ਔਰ ਇੱਕ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਅਸੀਂ ਲੋਕ ਜਿਸ ਟਾਈਮ ਤੇ ਲੜ ਕੇ ਨਹੀਂ ਸੌਰੀ ਡਰ ਕੇ ਰਹਿੰਦੇ ਸੀਗੇ, ਔਰ ਬਾਬਾ ਸਾਹਿਬ ਪਾਰਲੀਮੈਂਟ ਦੇ ਵਿੱਚ ਇੱਕ ਬਬਰ ਸ਼ੇਰ ਦੀ ਤਰ੍ਹਾਂ ਉਹ ਗਰਜ ਰਹੇ ਆ ਜੀ। ਹਾਂਜੀ, ਉਹਨਾਂ ਦੀ ਆਵਾਜ਼ ਜਿਹੜੀ ਆ ਉਹ ਲੋਕ ਜਿਹੜੇ ਕੰਨ ਲਾ ਕੇ ਧਿਆਨ ਲਾ ਕੇ ਸੁਣ ਰਹੇ ਹਨ। ਹਾਂਜੀ, ਔਰ ਅੱਗੇ ਵਧਦਾ ਹੋਇਆ ਪਿਆਰੇ ਦਰਸ਼ਕੋ, ਇਹ ਆ ਕਿ ਬਾਬਾ ਸਾਹਿਬ ਨੇ ਉੱਥੇ ਨਹੀਂ ਛੱਡ ਦਿੱਤੀ। ਬਹੁਤ ਲੰਮੀ ਸਪੀਚ ਸੀਗੀ ਔਰ ਉਹਨਾਂ ਨੇ ਚੇਤਾਵਨੀਆਂ ਦਿੱਤੀਆਂ ਕੁਝ। ਉਹਨਾਂ ਨੇ ਇਹ ਕਿਹਾ ਕਿ ਭਾਰਤ ਦੇ ਵਿੱਚ ਬਹੁਤ ਸਾਰੀਆਂ ਜਾਤਾਂ ਪਾਤਾਂ ਹਨ, ਬਹੁਤ ਸਾਰੇ ਧਰਮ ਹਨ, ਔਰ ਜੇਕਰ ਅਸੀਂ ਜਾਤਾਂ ਪਾਤਾਂ ਔਰ ਧਰਮਾਂ ਨੂੰ ਆਪਣੇ ਮੁਲਕ ਦੇ ਹਿੱਤਾਂ ਨਾਲੋਂ ਜ਼ਿਆਦਾ ਤਰਜੀਹ ਦੇਣ ਲੱਗ ਪਏ ਜੀ, ਹਾਂਜੀ, ਤਾਂ ਇਹ ਆ ਕਿ ਆਜ਼ਾਦੀ ਖਤਰੇ ਵਿੱਚ ਪੈ ਸਕਦੀ ਹੈ ਜੀ। ਇਹ ਇੱਕ ਬਹੁਤ ਡੂੰਘੀ ਗੱਲ ਹੈ। ਜਿੱਦਾਂ ਉਹਨਾਂ ਨੇ ਭਵਿੱਖਬਾਣੀ ਕੀਤੀ ਤਕਰੀਬਨ ਉਸੇ ਤਰ੍ਹਾਂ ਹੀ ਹੋ ਰਿਹਾ ਹੈਗਾ, ਉਸੇ ਤਰ੍ਹਾਂ ਹੋ ਰਿਹਾ। ਹਾਂਜੀ, ਦੇਖੋ ਨਾ, ਤਕਰੀਬਨ। ਉਹ ਬਾਬਾ ਸਾਹਿਬ ਨੇ ਕਿਹਾ ਕਿ ਅਸੀਂ ਆਪਣੀਆਂ ਜਿਹੜੀਆਂ ਜਾਤਾਂ ਪਾਤਾਂ ਜਾਂ ਧਰਮਾਂ ਦਾ ਅਸੀਂ ਉਹਨੂੰ ਮੋਹਰੇ ਰੱਖ ਕੇ ਮੁਲਕ ਦੇ ਜਿਹੜੇ ਮੁੱਦੇ ਹੈਗੇ ਆ ਜਾਂ ਮੁਲਕ ਦੇ ਉੱਤੋਂ ਅਸੀਂ ਤਰਜੀਹ ਦਿਆਂਗੇ ਤਾਂ ਆਜ਼ਾਦੀ ਜਿਹੜੀ ਖਤਰੇ 'ਚ ਪੈ ਸਕਦੀ ਹੈ। ਇੱਕ ਬਹੁਤ ਵੱਡੀ ਚੇਤਾਵਨੀ ਸੀ। ਜੀ। ਅੱਜ 75 ਸਾਲ ਤੋਂ ਬਾਅਦ ਵੀ ਪਿਆਰੇ ਦਰਸ਼ਕੋ, ਭਾਰਤ ਦੇ ਵਿੱਚ ਜੇ ਧਿਆਨ ਨਾਲ ਦੇਖੋ ਇਹੋ ਹੀ ਹੋ ਰਿਹਾ ਕਿ ਜਾਤਾਂ ਪਾਤਾਂ ਮੋਹਰੇ ਆ, ਧਰਮ ਮੋਹਰੇ ਆ, ਔਰ ਜਿਹੜੇ ਲੋਕਾਂ ਦੇ ਮੁੱਦੇ ਆ, ਲੋਕਾਂ ਦੀ ਭੁੱਖ ਨੰਗ ਹੈਗੀ ਆ, ਲੋਕਾਂ ਦੇ ਗਰੀਬੀ ਹੈਗੀ ਆ, ਉਹ ਮੁੱਦੇ ਨਹੀਂ ਹੈ ਜੀ। ਬਿਲਕੁਲ ਕੁਰਸੀ ਦਾ ਹੀ ਝਗੜਾ ਹੈ। ਬਿਲਕੁਲ ਹੈ ਜੀ, ਬਿਲਕੁਲ। ਔਰ ਦੂਸਰੀ ਗੱਲ ਉਹਨਾਂ ਨੇ ਇੱਕ ਹੋਰ ਕਹੀ ਸੀਗੀ, ਜੀ। ਭਵਿੱਖਬਾਣੀ ਉਹਨਾਂ ਨੇ ਕਹੀ ਕਿ ਹੀਰੋ ਪੂਜਾ ਜੀ ਅਤੇ ਅੰਧ ਵਿਸ਼ਵਾਸ, ਜੀ, ਅਸੀਂ ਇਹ ਦੇਸ਼ ਦੇ ਨਾਲ ਜਿਹੜੀ ਭਗਤੀ ਦੇ ਨਾਲ ਜੋੜਨਾ, ਹੀਰੋ ਪੂਜਾ ਔਰ ਅੰਧ ਵਿਸ਼ਵਾਸ ਨੂੰ ਕਹਿਣਾ ਵੀ ਇਹ ਦੇਸ਼ ਭਗਤੀ ਆ। ਔਰ ਉਹਨਾਂ ਨੇ ਕਿਹਾ ਕਿ ਬਹੁਤ ਖਤਰਨਾਕ ਸਾਬਤ ਹੋ ਸਕਦਾ ਜੀ, ਅੰਧੇ ਧੁੰਦ ਹੋ ਕੇ, ਅੰਧ ਵਿਸ਼ਵਾਸ ਹੋ ਕੇ ਕਿ ਮੋਦੀ ਹੀ ਸਾਨੂੰ ਦੂਜੇ ਪਾਸੇ ਲਿਜਾਏਗਾ, ਹੋਰ ਕੋਈ ਨਹੀਂ। ਇਹ ਬਿਲਕੁਲ ਬਾਬਾ ਸਾਹਿਬ ਨੇ ਕਿਹਾ ਕਿ ਮੁਲਕ ਲਈ ਬਹੁਤ ਖਤਰਨਾਕ ਹੈ ਜੀ। ਖਤਰਨਾਕ ਕਿਸ ਤਰ੍ਹਾਂ ਕਿ ਜਿਸਲੇ ਤੁਸੀਂ ਅੰਧਾ ਧੁੰਦ ਨਹੀਂ ਕਿਸੇ ਨੂੰ ਮਤਲਬ ਉਹਦੀ ਪਿੱਠ ਪੂਜੀ ਜਾਓ ਔਰ ਉਹਨੂੰ ਤੁਸੀਂ ਅੱਗੇ ਚੱਕੀ ਜਾਓ, ਉਹਦੇ ਤੇ ਵਿਸ਼ਵਾਸ ਕਰੀ ਜਾਓ, ਔਰ ਹੋ ਸਕਦਾ ਕਿ ਉਹ ਡਿਕਟੇਟਰਸ਼ਿਪ ਉਹਦੇ ਵਿੱਚ ਆ ਜਾਵੇ। ਹਾਂਜੀ, ਅੱਜ ਕੱਲ ਹੋ ਵੀ ਇਹੀ ਰਿਹਾ। ਆਪਣੇ ਬੈਨ ਸਾਹਿਬ ਮਾਫ ਕਰਨਾ, ਇੱਕ ਆਪਣੇ ਕੋਲ ਲਾਈਵ ਕਾਲ ਆਈ ਹੈ, ਆਪਾਂ ਲੈ ਲਈਏ। ਜੀ ਜੀ, ਹਾਂਜੀ। ਨਮੋ ਬੁੱਧਾਏ, ਜੈ ਭੀਮ। ਹੈਲੋ। ਹਾਂਜੀ, ਨਮੋ ਬੁੱਧਾਏ, ਜੈ ਭੀਮ। ਹੈਲੋ 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 ਜੀ, ਨਮੋ ਬੁੱਧਾਏ, ਜੈ ਭੀਮ ਜੀ। ਹੈਲੋ, ਨਮੋ ਬੁੱਧਾਏ, ਜੈ ਭੀਮ ਜੀ। ਹਾਂਜੀ, ਆ ਨਹੀਂ ਰਹੀ ਆਵਾਜ਼। ਹੈਲੋ ਹੈਲੋ, ਨਮੋ ਬੁੱਧਾਏ, ਜੈ ਭੀਮ ਜੀ। ਉੱਚਾ ਬੋਲਿਓ ਜੀ ਜਰਾ। ਹੈਲੋ ਹੈਲੋ ਹੈਲੋ। ਹਾਂਜੀ ਹਾਂਜੀ, ਬਦਨ ਸਾਹਿਬ। नमो बुद्धाय, जय भीम जी। कौन साहब बोल रहे हो? ਹਾਂਜੀ, ਮੈਂ ਬਲਵਿੰਦਰ ਬੋਲਦਾ ਬੈਰਗਮ ਤੋਂ। ਬਹੁਤ ਹਾਂਜੀ। ਵਧੀਆ ਪ੍ਰੋਗਰਾਮ ਚੱਲ ਰਿਹਾ ਸੰਵਿਧਾਨ ਤੇ ਜੀ। ਔਰ ਬੈਂਸ ਸਾਹਿਬ ਹਮੇਸ਼ਾ ਜਿਹੜਾ ਪ੍ਰੋਗਰਾਮ ਬਹੁਤ ਵਧੀਆ ਦਿੰਦੇ ਹੈਗੇ। ਜਿੰਨੇ ਮੈਮੋਰੀਅਲ ਕਮੇਟੀ ਦੇ ਮੈਂਬਰ ਹਨ ਨਾ, ਹਮੇਸ਼ਾ
ਬੜੇ ਜ਼ਬਰਦਸਤ ਜਿਹੜੀਆਂ ਇਹਨਾਂ ਕੋਲ ਜਾਣਕਾਰੀਆਂ ਹੁੰਦੀਆਂ ਹੈਗੀਆਂ। ਜੀ ਔਰ ਬੈਂਸ ਜੀ ਦਾ ਮੈਂ ਜਦੋਂ ਰਜਿੰਦਰ ਪਾਲ ਗੌਤਮ ਜੀ ਤੇ ਉਹ ਕਾਫੀ ਹਾਲਚਾਲ ਉੱਥੇ ਦਿੱਲੀ ਵਿੱਚ ਹੋਈ, ਇਹਨਾਂ ਨੇ ਬਹੁਤ ਵਧੀਆ ਇੱਕ ਪ੍ਰੋਗਰਾਮ ਦਿੱਤਾ ਸੀ ਜੀ ਸਾਰੀਆਂ ਇਹਨਾਂ ਨੇ ਡੂੰਘਾਈ ਦੀਆਂ ਗੱਲਾਂ ਦੱਸੀਆਂ ਕਿ ਬੀਜੇਪੀ ਸਰਕਾਰ RSS ਤੇ ਕੀ ਕਰ ਰਹੀ ਹੈਗੀ ਆ, ਔਰ ਆਮ ਆਦਮੀ ਪਾਰਟੀ ਬਾਰੇ ਵੀ ਦੱਸਿਆ ਗਿਆ ਜੀ ਤੇ ਪੂਨਾ ਪੈਕਟ, ਕਿਉਂਕਿ ਜਿਹੜਾ ਪੂਨਾ ਪੈਕਟ ਆ ਕਾਰਨ ਉਹਦੇ ਵੱਡੇ ਹੋ ਰਹੇ ਹੈਗੇ ਆ। ਤੇ ਬਹੁਤ ਵਧੀਆ ਹਮੇਸ਼ਾ ਪ੍ਰੋਗਰਾਮ ਦਿੰਦੇ ਜੀ। ਅਸੀਂ ਜਿਹੜਾ ਸਾਡਾ ਸਹਿਯੋਗ ਆ, ਸਾਡੀ ਸਪੋਰਟ ਆ ਪੂਰੀ, ਤੇ ਅਸੀਂ ਐਪਰੀਸ਼ੀਏਟ ਕਰਦੇ ਹਾਂ ਇਸ ਪ੍ਰੋਗਰਾਮ ਨੂੰ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਵਿਸ਼ਨ ਦੱਤ ਬੈਂਸ ਜੀ ਔਰ ਮੁਲਕਰਾਜ ਬੱਦਨ ਜੀ, ਪੂਰੀ ਮੈਮੋਰੀਅਲ ਕਮੇਟੀ ਨੂੰ। थैंक यू वेरी मच। नमो बुद्धाय, जय भीम, नमो जय बुद्धाय, भारत, जय गुरुदेव। जय भीम जी। जी सर। ਹਾਂ ਥੈਂਕ ਯੂ ਦਰਸ਼ਕੋ। ਇਹ ਹੈ ਕਿ ਇਹ ਤੁਹਾਡਾ ਹੀ ਟੈਲੀਵਿਜ਼ਨ ਹੈ ਔਰ ਅਸੀਂ ਬਿਲਕੁਲ ਤੁਸੀਂ ਸਾਨੂੰ ਇੱਥੇ ਬਿਠਾ ਲਿਆ ਹੈ ਜਿਹੜਾ ਨਾ, ਅਸੀਂ ਬਹੁਤ ਧੰਨਵਾਦੀ ਹਾਂ ਤੁਹਾਡੇ ਔਰ ਤੁਸੀਂ ਹਮੇਸ਼ਾ ਇਹਦੀ ਹੈਲਪ ਕਰਦੇ ਰਹੋ ਤਾਂ ਅਸੀਂ ਤੁਹਾਨੂੰ ਚੰਗੀਆਂ ਖਬਰਾਂ ਲਿਆ ਕੇ ਚੰਗੀਆਂ ਗੱਲਾਂ ਤੁਹਾਡੇ ਨਾਲ ਕਰਕੇ ਇਹ ਆ ਕਿ ਸਾਂਝੀਆਂ ਕਰਦੇ ਰਹਾਂਗੇ। ਪਿਆਰੇ ਦਰਸ਼ਕੋ, ਇਹ ਮੈਂ ਦੱਸ ਰਿਹਾ ਸੀਗਾ ਕਿ ਜਿਹੜੀ ਹੀਰੋ ਪੂਜਾ ਆ ਉਹ ਇੱਕ ਅੰਧ ਵਿਸ਼ਵਾਸ ਤਾਂ ਹੀਰੋ ਪੂਜਾ ਜਿਹੜੀ ਆ, ਦੋ ਚੀਜ਼ਾਂ ਇਹ ਬਿਲਕੁਲ ਖਤਰਨਾਕ ਚੀਜ਼ਾਂ ਆ ਜੀ। ਔਰ ਅੰਧਾ ਧੁੰਦ ਕਹੀ ਜਾਣਾ ਵੀ ਇਹ ਬੰਦਾ ਵੀ ਬਹੁਤ ਚੰਗਾ ਆ, ਬਿਲਕੁਲ ਹੈ ਜੀ। ਗੱਲੀ ਬਾਤੀ ਮੈਂ ਬੜੀ, ਕਰਤੂਤੀ ਮੇਰੀ ਭੈਣ, ਜਾਂ ਦਰਾਣੀ ਜਠਾਣੀ ਕਹਿੰਦੇ ਪੰਜਾਬੀ ਦੀ ਕਹਾਵਤ ਹੈ ਕਿ ਅੱਜ ਤੋਂ ਤੁਸੀਂ 1914 ਤੋਂ ਲਾ ਲਓ ਜੀ, ਜਦੋਂ ਤੋਂ ਇਹ ਬੀਜੇਪੀ ਗਵਰਨਮੈਂਟ ਆਈ ਆ ਔਰ ਭਾਰਤ ਦੀਆਂ ਮੁਖਾਲਫਤ ਪਾਰਟੀਆਂ ਨੇ ਇਹਨੂੰ ਬਿਲਕੁਲ ਜੁਮਲੇਬਾਜ਼ੀ ਕਿਹਾ ਜੀ, ਠੀਕ ਹੈ ਨਾ। ਜੁਮਲੇਬਾਜ਼ੀ, ਪਹਿਲਾਂ ਜੀ ਅਸੀਂ ਆਹ ਕਰ ਦਿਆਂਗੇ, ਇੰਨੀਆਂ ਨੌਕਰੀਆਂ ਲਿਆ ਦਿਆਂਗੇ, ਬਾਹਰ ਧਨ ਆ ਜਾਊਗਾ, ਵਾਪਸ ਫਲਾਨਾ ਆ ਜਾਊਗਾ, ਕੁਛ ਨਹੀਂ ਆਇਆ, ਕਾਲਾ ਧਨ ਨਹੀਂ ਆਇਆ, ਨੌਕਰੀਆਂ ਨਹੀਂ ਆਈਆਂ ਔਰ ਜਿਹੜਾ ਮੁਲਕਾਂ ਦੀ ਜਿਹੜੀ ਲਾਈਫ ਅੱਗੇ ਨਾਲ ਵੀ ਦੁਖੀ ਕਰ ਦਿੱਤੀ ਬਿਲਕੁਲ ਜੀ, ਬਹੁਤ। ਪਰ ਫਿਰ ਵੀ ਉਹਨਾਂ ਨੂੰ ਦੇਖੋ ਲੋਕ ਵੋਟਾਂ ਪਾਉਂਦੇ ਆ, ਉਹਦੀ ਵਜ੍ਹਾ ਕੀ ਆ? ਉਹੀ ਜੋ ਤੁਸੀਂ ਕਹਿ ਰਹੇ ਸੀਗੇ ਉਹੀ ਅੰਧ ਵਿਸ਼ਵਾਸ ਹੈ। ਔਰ ਇੱਕ ਆਖਰੀ ਜਿਹੜੀ ਉਹਨਾਂ ਨੇ ਇੱਕ ਗੱਲ ਕਹੀ ਸੀਗੀ 26 ਜਨਵਰੀ 1950 ਨੂੰ, ਪਿਆਰੇ ਦਰਸ਼ਕੋ, ਬਾਬਾ ਸਾਹਿਬ ਇਹ ਕਹਿੰਦੇ ਆ ਕਿ ਅਸੀਂ ਇੱਕ ਕੰਟਰਾਡਿਕਸ਼ਨ ਜਿਹੜੀ ਆ, ਲਾਈਫ ਜਿਹੜੀ ਆ, ਇੱਕ ਟਕਰਾਅ ਵਾਲੀ ਲਾਈਫ ਜਿਹੜੀ ਆ ਉਹਦੇ ਵਿੱਚ ਦਾਖਲ ਹੋ ਰਹੇ ਆ। ਉਹ ਟਕਰਾਅ ਕੀ ਆ ਕਿ ਸਿਆਸੀ ਤੌਰ ਤੇ ਤਾਂ ਅਸੀਂ ਇਹ ਵਨ ਮੈਨ ਵਨ ਵੋਟ ਜੀ, ਇੱਕ ਇਨਸਾਨ ਇੱਕ ਵੋਟ ਦੇ ਆਧਾਰ ਦੇ ਉੱਤੇ ਸਿਆਸੀ ਤੌਰ ਤੇ ਬਰਾਬਰ ਹੋ ਜਾਵਾਂਗੇ, ਪਰ ਆਰਥਿਕ ਔਰ ਸਮਾਜਿਕ ਤੌਰ ਤੇ ਜੀ ਅਸੀਂ ਨਾ ਬਰਾਬਰ ਹੋਵਾਂਗੇ। ਔਰ ਇਸ ਨਾ ਬਰਾਬਰੀ ਨੂੰ ਜਿੰਨਾ ਜਲਦੀ ਹੋ ਸਕੇ ਸਾਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇਕਰ ਅਸੀਂ ਐਸਾ ਕਰਨ ਦੇ ਵਿੱਚ ਅਸੀਂ ਕਾਮਯਾਬ ਨਾ ਹੋਏ ਤਾਂ ਹੋ ਸਕਦਾ ਉਹ ਲੋਕ ਜਿਹੜੇ ਆ ਇਸ ਨਾ ਬਰਾਬਰੀ, ਜਿਹੜੀ ਆਰਥਿਕ ਔਰ ਸਮਾਜਿਕ ਨਾ ਬਰਾਬਰੀ ਆ, ਇਹਦੇ ਜਿਹੜੇ ਸ਼ਿਕਾਰ ਲੋਕ ਹਨ ਉਹ ਭਾਰਤ ਦੇ ਵਿੱਚ ਬਗਾਵਤ ਕਰ ਦੇਣ ਜੀ, ਔਰ ਇਸ ਜਿਹੜਾ ਕਨਸਟੀਟਿਊਸ਼ਨ ਹੈ ਹੋ ਸਕਦਾ ਇਸ ਦੀਆਂ ਵੀ ਧੱਜੀਆਂ ਉਡਾ ਦੇਣ ਕਿ ਇਹਨੇ ਸਾਨੂੰ ਕੁਝ ਨਹੀਂ ਦਿੱਤਾ। ਬਿਲਕੁਲ ਸਮਝੇ ਨਾ। ਸੋ ਬਾਬਾ ਸਾਹਿਬ ਨੇ ਇੱਕ ਇਹ ਵੀ ਮਤਲਬ ਉਹ ਬਹੁਤ ਵੱਡੀ ਗੱਲ ਕਹੀ ਕਿ ਸਿਆਸੀ ਤੌਰ ਤੇ ਤੁਹਾਨੂੰ ਵੋਟਾਂ ਦਾ ਹੱਕ ਹੈ ਜੀ। ਰਾਜੇ ਜਿਹੜੇ ਸੀਗੇ ਰਾਣੀਆਂ ਦੇ ਪੇਟੋਂ ਪੈਦਾ ਹੁੰਦੇ ਸੀਗੇ ਔਰ ਰਾਤੋਂ ਰਾਤ ਬਾਬਾ ਸਾਹਿਬ ਨੇ ਇੱਕ ਇਹੋ ਜਿਹਾ ਜਾਦੂ ਕੀਤਾ, ਕਾਲਮਬਾਹੀ, ਤਲਵਾਰ ਨਾਲੋਂ ਵੀ ਜ਼ਿਆਦਾ ਤੇਜ਼, ਔਰ ਮੁਲਕ ਦੇ ਵਿੱਚ ਇੱਕ ਕ੍ਰਾਂਤੀ ਲਿਆ ਦਿੱਤੀ ਜਿਹਨੂੰ ਦੁਨੀਆ ਅੱਜ ਤਾਈਂ ਯਾਦ ਕਰਦੀ ਆ ਕਿ ਐਡਾ ਵੱਡਾ ਮੁਲਕ ਰਾਤੋਂ ਰਾਤ ਉਹਦੀ ਤਕਦੀਰ ਬਦਲ ਦਿੱਤੀ। ਦਬੇ ਕੁਚੜੇ ਲੋਕਾਂ ਦੇ ਗਲਾਂ ਤੇ ਕੁੱਜਾ ਲਾ ਕੇ, ਢੂਹੀ ਦੇ ਪਿੱਛੋਂ ਜਿਹੜਾ ਹੈਗਾ ਝਾੜੂ ਲਾ ਕੇ ਉਹਨਾਂ ਨੂੰ ਰਾਜਗੱਦੀ ਦੇ ਦਿੱਤੀ ਹੈ ਜੀ। ਔਰ ਫਿਰ ਵੀ ਉਹ ਲੋਕ ਬਾਬਾ ਸਾਹਿਬ ਦਾ ਧੰਨਵਾਦ ਕਰਨ ਤੋਂ ਝਿਜਕਦੇ ਹਨ। ਬੜੀ ਅਫਸੋਸ ਨਾਲ ਮੈਨੂੰ ਕਹਿਣਾ ਪੈਂਦਾ ਬੱਦਨ ਜੀ ਕਿ ਬਾਬਾ ਸਾਹਿਬ 35 ਡਿਗਰੀਆਂ ਵਾਲੇ ਬਾਬਾ ਸਾਹਿਬ, 4 ਉਹਨਾਂ ਦੇ ਕੋਲ ਡਾਕਟਰੇਟਸ ਜੀ, PhDਆਂ ਬਾਹਰਲੇ ਮੁਲਕਾਂ, 4 ਵੱਡੇ ਮੁਲਕ ਇੰਡੀਆ, USA, UK, ਜਰਮਨ ਦੀਆਂ ਡਿਗਰੀਆਂ, ਔਰ ਇੱਕ 5 ਜਮਾਤਾਂ ਪੜਿਆ ਹੋਏਗਾ ਨਾ, ਉਹ ਬਾਬਾ ਸਾਹਿਬ ਨੂੰ ਕ੍ਰਿਟਿਸਾਈਜ਼ ਕਰੀ ਜਾਊਗਾ। ਹਾਂਜੀ ਹਾਂਜੀ ਹਾਂਜੀ, ਅਨਪੜ੍ਹਤਾ ਉਹਦੇ ਤੇ ਇਹ ਆ ਕਿ ਗੁੱਸਾ ਨਹੀਂ ਆਉਂਦਾ, ਤਰਸ ਆਉਂਦਾ ਹੈ ਜੀ। ਨੀਮ ਹਕੀਮ ਖਤਰਾ ਜਾਨ ਜੀ, ਉਹਦੇ ਤੇ ਤਰਸ ਆਉਂਦਾ। ਹਾਂਜੀ ਤੁਸੀਂ ਕੁਝ ਕਹਿਣਾ ਸੀ? ਹਾਂਜੀ ਮੈਂ ਬਸ ਆਪਾਂ ਅੱਗੇ ਕਰਨ ਤੋਂ ਪਹਿਲਾਂ ਜਿਹੜੇ ਸਾਡੇ ਲਿਸਨਰਸ ਆ ਉਹ ਫੋਨ ਕਰਦੇ ਆ, ਉਹਨਾਂ ਦੇ ਜਵਾਬ ਦੇਣੇ ਵੀ ਬਹੁਤ ਜ਼ਰੂਰੀ ਆ। ਪ੍ਰਕਾਸ਼ ਹੁਸ਼ਿਆਰਪੁਰੀ, ਸਵਰਨਕੌਰ ਜੀ ਹੁਸ਼ਿਆਰਪੁਰੀ,
ਪੂਰਨ ਚੰਦ ਜੀ ਹਰਬਲਾਸ ਕੌਲ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਨ। ਬਿਸ਼ਨ ਦਾਸ ਬੈਂਸ ਬਹੁਤ ਵਧੀਆ ਜਾਣਕਾਰੀ ਦੇ ਰਹੇ ਹਨ। ਧਰਮਪਾਲ ਬੰਗੜ, ਜੋਗਿੰਦਰ ਬੰਗੜ ਪਰਿਵਾਰ ਵੱਲੋਂ ਆਪਣੇ ਪਿਤਾ ਜੀ ਦੀ ਯਾਦ ਵਿੱਚ ਹਰਬਲਾਸ ਕੌਲ ਜੀ ਨੂੰ ਸ਼ਰਧਾ ਦੇ ਫੁੱਲ ਦਿੰਦੇ ਹਨ। ਪ੍ਰੇਮ ਸਾਗਰ ਕੌਲ, ਜਸਵਿੰਦਰ ਕੌਲ ਡਰਬੀ ਤੇ ਆਪਣੇ ਪਿਤਾ ਜੀ ਹਰਬਲਾਸ ਕੌਲ ਜੀ ਨੂੰ ਸ਼ਰਧਾਂਜਲੀਆਂ ਭੇਂਟ ਕਰਦੇ ਹਨ। ਪ੍ਰਵੀਨ ਮਹੇ, ਅੰਜਨਾ ਮਹੇ ਬਾਬਾ ਪੂਰਨ ਚੰਦ ਜੀ ਤੇ ਵੱਡੇ ਡੈਡੀ ਹਰਬਲਾਸ ਕੌਲ ਜੀ ਨੂੰ ਯਾਦ ਕਰਦੇ ਹਨ ਤੇ ਸ਼ਰਧਾ ਦੇ ਫੁੱਲ ਭੇਂਟ ਕਰ ਰਹੇ ਹਨ ਤੇ ਲੋਟਸ ਟੀਵੀ ਨੂੰ 10 ਪਾਉਂਡ ਦਾਨ ਕਰਦੇ ਹਨ। ਥੈਂਕ ਯੂ ਵੈਰੀ ਮੱਚ ਅੰਜਨਾ। ਮਿੰਦੋ ਰੱਤੂ ਦੇ ਪਰਿਵਾਰ ਵੱਲੋਂ ਪੂਰਨ ਚੰਦ ਜੀ ਤੇ ਚਾਚਾ ਜੀ ਨੂੰ ਸੱਚੀ ਸ਼ਰਧਾਂਜਲੀ। ਸੋਢੀ ਰਾਮ ਜਸਲ, ਕਮਲੇਸ਼ ਜਸਲ, ਰਕੇਸ਼ ਜਸਲ ਪ੍ਰੋਗਰਾਮ ਅੱਛਾ ਹੈ। ਸ਼ਰਧਾ ਦੇ ਫੁੱਲ ਭੇਂਟ ਕਰਦੇ ਹਨ। ਰਾਜ ਬੰਗੜ, ਤੇਜਿੰਦਰ ਕੌਰ ਬੰਗੜ ਮਾਤਾ ਪਿਤਾ ਜੀ ਨੂੰ ਯਾਦ ਕਰਦੇ ਹਨ ਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਦਿੰਦੇ ਹਨ। ਸੁਨੀਲ ਬੰਗੜ, ਮਿੰਦੋ ਬੰਗੜ ਆਪਣੇ ਮਾਤਾ ਪਿਤਾ ਜੀ ਨੂੰ ਯਾਦ ਕਰਦੇ ਹਨ ਅਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਨ। ਥੈਂਕ ਯੂ। ਸ਼ੀਸ਼ ਬੱਦਨ ਪ੍ਰੋਗਰਾਮ ਅੱਛਾ ਹੈ, ਬਹੁਤ ਵਧੀਆ ਹੈ। ਥੈਂਕ ਯੂ। ਸਤਿਆ ਭਾਟੀਆ, ਗੌਤਮ ਭਾਟੀਆ ਤੇ ਸਾਰੇ ਪਰਿਵਾਰ ਵੱਲੋਂ ਆਪਣੇ ਮਾਤਾ ਪਿਤਾ ਜੀ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਨ। ਸੁਰਿੰਦਰ ਬੰਗੜ ਦੇ ਪਰਿਵਾਰ ਵੱਲੋਂ ਫੁੱਲ ਭੇਂਟ ਕਰਦੇ ਹੋਏ ਬਲਦੇਵ ਵਿਰਦੀ, ਨੰਜੋ ਵਿਰਦੀ ਅੰਕਲ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਨ। ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਦੇਵ ਸੁਮਨ, ਬਖਸ਼ੋ ਸੁਮਨ, ਬੀਬੀ ਬਚਨੀ ਸੁਮਨ ਤੇ ਡਾਕਟਰ ਰਕੇਸ਼ ਸੁਮਨ ਫੁੱਲ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਨ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਨਿਰਮਲਾ ਭਾਟੀਆ ਅੰਕਲ ਜੀ ਨੂੰ ਸ਼ਰਧਾਂਜਲੀ ਦਿੰਦੇ ਹਨ ਅਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਨ। ਥੈਂਕ ਯੂ ਵੈਰੀ ਮੱਚ। ਸ਼ਾਮ ਲਾਲ ਕੈਂਥ ਜੀ ਪ੍ਰੋਗਰਾਮ ਬਹੁਤ ਅੱਛਾ ਹੈ। ਥੈਂਕ ਯੂ ਵੈਰੀ ਮੱਚ। ਆਂਟੀ ਨੰਜੋ ਰਤੂ ਪੂਰਨ ਚੰਦ ਬੰਗੜ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ। ਆਪ ਸਭ ਦਾ ਬਹੁਤ ਬਹੁਤ ਧੰਨਵਾਦੀ। ਰਾਮਪਾਲ ਚੱਲੀ, ਮਿੰਦੋ ਚੱਲੀ ਡਾਰਲਿਸਟਨ ਤੋਂ ਹਰਬਲਾਸ ਕੌਲ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਨ। ਪ੍ਰੇਮ ਚਮਕੀਲਾ, ਨਰਿੰਦਰ ਕੌਰ ਪ੍ਰੋਗਰਾਮ ਬਹੁਤ ਅੱਛਾ ਹੈ। ਇਸੇ ਤਰ੍ਹਾਂ ਕੈਰੀ ਔਨ ਰੱਖੋ, ਬਹੁਤ ਤੁਹਾਡੀ ਮਿਹਰਬਾਨੀ। ਨਿਊ ਵੌਇਸ ਆਫ ਇੰਡੀਆ ਦੀਵਾਨ ਮਿੰਦਰਾ ਜੀ ਪ੍ਰੋਗਰਾਮ ਪਸੰਦ ਕਰਦੇ ਹਨ। ਥੈਂਕ ਯੂ ਦੀਵਾਨ ਮਿੰਦਰਾ ਜੀ ਆਪ ਜੀ ਦਾ। ਹਰਮਲਾ ਕੌਲ ਅਤੇ ਪਰਿਵਾਰ ਵੱਲੋਂ ਅੰਕਲ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਦੀਸ਼ ਦਾਦਰਾ, ਸੁਮਿਤਰੀ ਦਾਦਰਾ ਦੇ ਪਰਿਵਾਰ ਵੱਲੋਂ ਅੰਕਲ ਜੀ ਨੂੰ ਸੱਚੀ ਸ਼ਰਧਾਂਜਲੀ ਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਰਮੇਸ਼ ਜਸਲ, ਸਤਿਆ ਜਸਲ ਪ੍ਰੋਗਰਾਮ ਬਹੁਤ ਅੱਛਾ ਹੈ। ਆਪ कैरी ऑन बहुत बढ़िया काम कर रहे हो। रमेश दादरा, मीना दादरा जी प्रोग्राम अच्छा है, उन भी बहुत याद कर रहे हैं। शादी सलन, सत्या सलन अंकल जी ਨੂੰ ਸ਼ਰਧਾਂਜਲੀਆਂ ਭੇਂਟ ਕਰਦੇ ਹਨ। ਤਰਸੇਮ ਕੌਲ, ਦੇਬੋ ਕੌਲ ਅੰਕਲ ਜੀ ਨੂੰ ਸ਼ਰਧਾ ਦੇ ਫੁੱਲ ਦੇ ਰਹੇ ਹਨ। ਥੈਂਕ ਯੂ ਵੈਰੀ ਮਚ ਇੰਡੀਡ। ਤੇ ਮੂਰਤੀਮਲ, ਭਜਨੋਮਲ, ਪੂਰਨ ਚੰਦ ਤੇ ਹਰਬਲਾਸ ਕੌਲ ਜੀ ਨੂੰ ਸ਼ਰਧਾਂਜਲੀਆਂ ਭੇਂਟ ਕਰਦੇ ਹਨ। ਬਲਦੇਵ ਰਲ ਪ੍ਰੋਗਰਾਮ ਦੇਖ ਰਹੇ ਹਨ, ਪਸੰਦ ਕਰ ਰਹੇ ਹਨ। ਥੈਂਕ ਯੂ ਵੈਰੀ ਮਚ ਰਲ ਸਾਹਿਬ। ਸੁਰਿੰਦਰ ਝੱਲੀ ਜੀ, ਬਿਸ਼ਨ ਦਾਸ ਬੈਂਸ ਜੀ ਦਾ ਧੰਨਵਾਦ ਕਰਦੇ ਹਾਂ ਤੇ ਬੜੇ ਖੋਜ ਭਰਪੂਰ ਹੈ। ਥੈਂਕ ਯੂ ਝੱਲੀ ਸਾਹਿਬ, ਥੈਂਕ ਯੂ ਵੈਰੀ ਮਚ। ਹਾਂਜੀ ਆਪਣੇ ਬੈਂਸ ਸਾਹਿਬ ਆਪਾਂ ਵੇਅਰ ਵਾਸ ਵੀ ਤੇ ਕਿੱਥੋਂ ਫਿਰ ਆਪਣੇ ਇਹ ਸੀਗੀ ਗੱਲ ਮੈਂ ਤੁਹਾਨੂੰ ਪੁੱਛਣੀ ਚਾਹੁੰਦਾ ਸੀ, ਇੱਕ ਸਵਾਲ ਛੋਟਾ ਜਿਹਾ ਜੀ। ਬਾਬਾ ਸਾਹਿਬ ਦੇ ਖੁਦ ਦਾ ਜੀਵਨ ਜਿਹੜਾ ਸੀਗਾ ਇਹਨਾਂ ਦੁੱਖਿਆਂ ਭਰਿਆ ਸੀਗਾ, ਥਾਂ ਥਾਂ ਤੇ ਨਫ਼ਰਤ ਮਿਲੀ, ਸਾਰੀ ਉਮਰ ਜਾਤੀ ਭੇਦ ਭਾਵ ਦਾ ਜ਼ਹਿਰ ਪੀਤਾ, ਪਰ ਕੀ ਕਦੀ ਇਸ ਦਾ ਪਰਛਾਵਾਂ, ਇਸ ਦਾ ਸਲਾਈਟਲੀ ਵੀ ਉਹਦੇ ਤੇ ਛਾਵਾਂ ਜੋ ਸੰਵਿਧਾਨ ਦੇ ਉੱਤੇ ਹਾਵੀ ਹੋਇਆ ਜਾਂ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਉਹਨਾਂ ਨੇ ਕੋਈ ਲਿਖਿਆ ਇਸੇ ਤਰ੍ਹਾਂ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਮੁਰਖਰਾਜ ਜੀ, ਤਥਾਗਤ ਭਗਵਾਨ ਬੁੱਧ ਕਿਤੇ ਜਾ ਰਹੇ ਸਨ ਜੀ, ਔਰ ਪਾਟੇ ਹੋਏ ਕੱਪੜੇ, ਔਰ ਕਿਤੇ ਉਹ ਸਮਾਧੀ ਤੋਂ ਉੱਠ ਕੇ ਆਏ, ਪਾਟੇ ਹੋਏ ਕੱਪੜੇ ਗੰਦੇ ਔਰ ਪੈਰੀ ਸਲੀਪਰ ਵੀ ਟੁੱਟੇ ਹੋ ਜਾ ਰਹੇ, ਤਾਂ ਨਿਆਣੇ ਹੱਸਦੇ, ਕੋਈ ਰੋੜੇ ਮਾਰਦਾ, ਕੋਈ ਠੀਮਾ ਮਾਰਦਾ, ਔਰ ਉਹ ਹੱਸਦੇ ਜਾ ਰਿਹਾ। ਔਰ ਉਹਨਾਂ ਨੂੰ ਕਿਸੇ ਨੇ ਪੁੱਛਿਆ, ਮਹਾਰਾਜ ਜੀ ਵੀ ਤੁਹਾਨੂੰ ਐਦਾਂ ਹੋ ਰਹੀ ਆ, ਗਾਲਾਂ ਬਾਲਾਂ ਕੱਢਦੇ ਆ, ਰੋੜੇ ਮਾਰਦੇ ਆ, ਤੁਸੀਂ ਜਵਾਬ ਨਹੀਂ ਦਿੰਦੇ? ਉਹਨਾਂ ਦਾ ਜਵਾਬ ਇਹ ਸੀਗਾ, ਪਿਆਰੇ ਦਰਸ਼ਕੋ, ਕਿ ਉਹ ਮੁਝੇ ਕੁਝ ਦੇ ਰਹੇ ਹਨ ਔਰ ਮੈਂ ਲੈ ਨਹੀਂ ਰਿਹਾ ਹੈ। ਉਹ ਖਾਮਖਾ ਦੇ ਰਹੇ ਆ ਔਰ ਮੈਂ ਲੈ ਨਹੀਂ ਰਿਹਾ। ਇਹ ਉਹਨਾਂ ਦੀ ਮੂਰਖਤਾ ਹੀ ਹੈ। ਬਾਬਾ ਸਾਹਿਬ ਉਹਨਾਂ ਨੇ ਇਹ ਸਿੱਖਿਆ ਸੀ ਤਥਾਗਤ ਭਗਵਾਨ ਬੁੱਧ ਤੋਂ ਕਿ ਆਪਣਾ ਸੰਤੁਲਨ ਨਹੀਂ ਖੋਣਾ ਜੀ। ਕਿੰਨੀ ਵੀ ਮਤਲਬ ਲੜਾਈ ਗੰਭੀਰ ਹੋ ਜਾਏ ਜੀ, ਆਪਣਾ ਜਿਹੜਾ ਬੈਲੈਂਸ ਜਿਹੜਾ ਉਹ ਨਹੀਂ ਖੋਣਾ ਹੈ ਨੀ। ਔਰ ਜੋ ਕੁਛ ਵੀ ਇਹ ਹੋਇਆ, ਮੈਂ ਅੱਜ ਇੱਕ ਕਲਿੱਪ ਦੇਖਦਾ ਸੀਗਾ, ਵੀਡੀਓ ਜੀ, ਉਹਦੇ ਉੱਤੇ ਮੋਦੀ ਹੁਣੀ ਆਹ ਗੱਲ ਕਹਿ ਰਹੇ ਜਿਹੜੀ ਤੁਸੀਂ ਪੁੱਛਦੇ ਆ ਜੀ, ਭਾਈ ਬਾਬਾ ਸਾਹਿਬ ਨੇ ਸਾਨੂੰ ਸਿਖਾਇਆ, ਇੰਨਾ ਕੁਛ ਉਹਨਾਂ ਦੇ ਉੱਤੇ ਹੋਇਆ
ਪਰ ਉਹ ਬੜੇ ਪਿਆਰ ਦੇ ਨਾਲ ਸਾਰਿਆਂ ਨੂੰ ਹਾਜ਼ਮ ਕਰ ਗਏ ਔਰ ਬੜੇ ਪਿਆਰ ਨਾਲ ਉਹਨਾਂ ਨੇ ਆਪਣਾ ਇਹ ਨਹੀਂ ਕਿ ਮੈਂ ਬਦਲਾ ਲੈਣਾ ਹੈ ਜੀ, ਉਹਨਾਂ ਨੇ ਸੁਸਾਇਟੀ ਦੇ ਪੈਦੇ ਦੀ ਗੱਲ ਕੀਤੀ। ਬਿਲਕੁਲ ਹੈ ਜੀ, ਉਹਨਾਂ ਨੇ ਇਹ ਆ ਭਈ ਮੈਂ ਬਦਲਾ ਲੈਣ ਦੀ ਤਾਂ ਗੱਲ ਇਹ ਵੀ ਹੋ ਸਕਦੀ ਸੀ ਭਾਈ ਸਕੂਲ ਦੇ ਵਿੱਚ ਮੈਨੂੰ ਕੁੱਟਿਆ ਮਾਰਿਆ, ਮੈਂ ਜਦੋਂ ਨੌਕਰੀ ਤੇ ਮੁੜ ਕੇ ਆਇਆ ਮਹਾਰਾਜਾ ਬੜੌਦਾ ਦੀ ਤਾਂ ਫਿਰ ਵੀ ਮੇਰੇ ਨਾਲ ਵਰਤਾਅ ਹੋਇਆ, ਇਹਨਾਂ ਤੋਂ ਬਦਲਾ ਲਈਏ, ਮੁਲਕ ਵੰਡ ਦਈਏ, ਲੜਾਈ ਕਰਾ ਦਈਏ। ਉਹ ਬਦਲੇ ਵਾਲੀ ਜਿਹੜੀ ਇਹ ਗੱਲ ਸੀ ਨਾ, ਬਾਬਾ ਸਾਹਿਬ ਇਸ ਪਾਸੇ ਵੱਲ ਨਹੀਂ ਚਲੇ ਜੀ। ਬਿਲਕੁਲ ਹਾਂਜੀ, ਜਿਸ ਤਰ੍ਹਾਂ ਜਿਨਾਹ ਚੱਲਿਆ ਜੀ। ਕਿ ਮੇਰਾ ਮੁਸਲਮਾਨਾਂ ਦਾ ਮੁਲਕ ਜੁਦਾ ਕਰ ਦਿਓ, ਬਾਬਾ ਸਾਹਿਬ ਵੀ ਕਹਿ ਸਕਦੇ ਸਨ ਕਿ ਮੇਰਾ ਪਛੜੇ ਲੋਕਾਂ ਦਾ ਮੁਲਕ ਜੁਦਾ ਕਰ ਦਿਓ, ਜੀ। ਨਹੀਂ ਉਹਨਾਂ ਨੇ ਇਹ ਨਹੀਂ ਕਿਹਾ ਜੀ। ਸਾਹਮਣੇ ਨਾ। ਸੋ ਇਹ ਆ ਕਿ ਬਾਬਾ ਸਾਹਿਬ ਬਹੁਤ ਹੀ ਸਹਿਨਸ਼ੀਲਤਾ ਵਾਲੇ, ਬਹੁਤ ਸਹਿਨਸ਼ੀਲਤਾ ਵਾਲੇ ਸਨ, ਪਰ ਇਸ ਫਿਲਾਸਫੀ ਤੇ ਵੀ ਉਹ ਯਕੀਨ ਕਰਦੇ ਸਨ ਕਿ ਬਦਲਾ ਲਾਓ, ਔਰ ਜਿਹੜਾ ਉਹਨਾਂ ਨੇ ਕਿਹਾ ਕਿ ਆਪਾਂ ਕਾਨੂੰਨ ਦੇ ਵਿੱਚ ਰਹਿ ਕੇ ਜੋ ਕੁਝ ਵੀ ਲੈਣਾ ਉਹ ਲੈਣਾ ਕਾਨੂੰਨ ਦੇ ਵਿੱਚ ਰਹਿ ਕੇ। ਇਹ ਸਾਡਾ ਮੁਲਕ ਆ, ਕਦੀ ਵੀ ਸਾਡੇ ਆਖਰੀ ਖੂਨ ਦੇ ਕਤਰੇ ਦੀ ਜ਼ਰੂਰਤ ਪਈ ਤਾਂ ਅਸੀਂ ਬਹਾਵਾਂਗੇ। ਬਿਲਕੁਲ ਠੀਕ ਨਹੀਂ। ਸੋ ਇਸ ਕਰਕੇ ਆ ਕਿ ਬਾਬਾ ਸਾਹਿਬ ਨੂੰ ਇਹ ਨਹੀਂ ਕਿ ਕਿਸੇ ਨੇ ਚਪੇੜ ਮਾਰੀ ਤਾਂ ਤੁਸੀਂ ਉਹਦੇ ਵੀ ਮੁੜ ਕੇ ਮਾਰਦੇ ਹੋ। ਹਾਂਜੀ ਹਾਂਜੀ। ਸੋ ਮੈਂ ਇਹ ਕਹਿ ਰਿਹਾ ਸੀਗਾ ਕਿ ਭਾਰਤੀ ਸੰਵਿਧਾਨ ਜਿਹੜਾ ਉਹ ਪਾਸ ਹੋ ਗਿਆ, ਇੰਪਲੀਮੈਂਟ ਹੋ ਗਿਆ ਪਿਆਰੇ ਦਰਸ਼ਕੋ, ਔਰ ਇਹ ਆ ਕਿ ਇਹ ਭਾਰਤ ਦੀ ਧਰਤੀ ਤੇ ਸ਼ਾਇਦ ਹੀ ਏਡੀ ਵੱਡੀ ਕੋਈ ਕ੍ਰਾਂਤੀ ਆਏ ਹੋਈ ਕਿ ਜਿਹੜੀ ਇਸ ਵੇਲੇ ਹੋਈ ਕਿ ਨਵਾਂ ਵਿਧਾਨ ਲਾਗੂ ਹੋ ਗਿਆ। ਬਿਲਕੁਲ ਹੈ ਜੀ, ਕੋਈ ਖੂਨ ਨਹੀਂ ਵਹਿਆ, ਕੋਈ ਕਿਰਪਾਨ ਨਹੀਂ, ਕੋਈ ਕੁਛ ਨਹੀਂ। ਠੀਕ ਹੈ, ਆਜ਼ਾਦੀ ਲਈ ਲੜਾਈ ਪਹਿਲਾਂ ਲੜੀ ਹੈਗੀ ਆ, ਪਰ ਜਿਸ ਵੇਲੇ ਵਿਧਾਨ ਬਣਾ ਕੇ ਦੂਏ ਸਾਰੇ ਰਾਜੇ ਖਤਮ ਕਰ ਦਿੱਤੇ ਔਰ ਉਹਨਾਂ ਦੀਆਂ ਰਿਆਸਤਾਂ ਖਤਮ ਕਰ ਦਿੱਤੀਆਂ, ਉਹ ਵੰਡੀਆਂ ਜਿਹੜੀਆਂ ਪਾਈਆਂ ਸੀਗੀਆਂ, ਲਾਈਨਾਂ ਪਾਈਆਂ ਸੀਗੀਆਂ, ਮੁਰੱਬੇ ਪਾਏ ਸੀਗੇ, ਹੱਦਾਂ ਪਾਈਆਂ ਸੀਗੀਆਂ, ਸਭ ਤੋੜ ਦਿੱਤੀਆਂ। ਇੱਕ ਪ੍ਰਬੁੱਧ ਭਾਰਤ ਦੀ ਜਿਹੜੀ ਉਹਨਾਂ ਨੇ ਇਹ ਨੀਂਹ ਰੱਖੀ, ਖਾਹਿਸ਼ ਕੀਤੀ ਹੈ ਜੀ। ਔਰ ਮਨੂ ਸਮ੍ਰਿਤੀ ਔਰ ਮਨੂ ਦਾ ਖਾਤਮਾ ਵੀ ਕੀਤਾ ਭਈ ਇੱਥੇ ਇਸ ਧਰਤੀ ਦੇ ਉੱਤੇ ਮਨੂ ਸਮ੍ਰਿਤੀ ਅੱਜ ਨਹੀਂ ਹੋਏਗੀ, ਇਹ ਬਾਬਾ ਸਾਹਿਬ ਦਾ ਸੰਵਿਧਾਨ ਹੋਏਗਾ। ਔਰ ਉਹ ਸੰਵਿਧਾਨ ਦੇ ਅੰਦਰ ਉਹ ਜਿਹੜੇ ਲੋਕ ਮਨੂ ਸਮ੍ਰਿਤੀ ਦੇ ਸ਼ਿਕਾਰ ਸਨ, ਉਹ ਜਿਹੜੀਆਂ ਔਰਤਾਂ ਮਰਦਾਂ ਦੇ ਜ਼ੁਲਮ ਦੀਆਂ ਸ਼ਿਕਾਰ ਸਨ, ਸਾਰਿਆਂ ਨੂੰ ਬਰਾਬਰ ਹੱਕ ਦਿੱਤੇ। ਬਿਲਕੁਲ। ਔਰਤ ਨੂੰ ਸਭ ਤੋਂ ਵੱਡਾ ਹੱਕ ਪਿਆਰੇ ਦਰਸ਼ਕੋ ਇਹ ਆ ਕਿ ਜਾਇਦਾਦ ਦਾ ਸੀਗਾ। ਦਾਨ ਜਿਹੜਾ ਔਰਤ ਦਾ ਕਰਦੇ ਆ ਉਹ ਗਲਤ ਕਰ ਦਿੱਤਾ ਬਾਬਾ ਸਾਹਿਬ ਨੇ, ਉਹਨਾਂ ਕਿਹਾ ਦਾਨ ਨਹੀਂ ਹੈਗਾ, ਇਹ ਬਰਾਬਰ ਦੇ ਹੱਕ ਵਾਲੀਆਂ। ਜ਼ਮੀਨ ਜਿਹੜੀ ਹੈਗੀ ਆ 5 ਮੁੰਡਿਆਂ 'ਚ ਨਹੀਂ, 5 ਮੁੰਡਿਆਂ ਔਰ ਇੱਕ ਭੈਣ ਦੇ ਵਿੱਚ ਵੀ ਚਾਹੀਦੀ ਆ ਜੀ। 2 ਭੈਣਾਂ 2 ਭਰਾ ਔਰ 4 ਦੇ ਵਿੱਚ ਚਾਹੀਦੀ ਆ। ਅੱਜ ਬਾਬਾ ਸਾਹਿਬ ਦਾ ਕਾਨੂੰਨ ਚੱਲਦਾ ਇੰਡੀਆ ਦੇ ਵਿੱਚ, ਔਰ ਜਿਹੜੀਆਂ ਭੈਣਾਂ ਸੁਣ ਰਹੀਆਂ ਹਨ ਉਹ ਗਾਹਾਂ ਵੀ ਜਾ ਕੇ ਦੱਸੋ ਕਿ ਬਾਬਾ ਸਾਹਿਬ ਨੇ ਤੁਹਾਡੇ ਲਈ ਭੈਣੋ ਆ ਦੇਖੋ ਕੀਤਾ। ਕਦੀ ਉਹਨੂੰ ਯਾਦ ਕਰ ਲਿਆ ਕਰੋ। ਹੋਰ ਉਹ ਬਾਬਾ ਸਾਹਿਬ ਪੈਸੇ ਨਹੀਂ ਮੰਗਦੇ, ਉਹ ਤੁਹਾਡੇ ਕੋਲ ਕੁਝ ਨਹੀਂ ਮੰਗਦੇ, ਪਰ ਬਾਬਾ ਸਾਹਿਬ ਨੇ ਇਹ ਆ ਕਿ ਉਹ ਜਿਹੜਾ ਛੋਟਾਪਣ ਸੀਗਾ ਉਹਨਾਂ ਨੂੰ ਦਿਖਾਇਆ ਭਈ ਤੋੜ ਦਿਓ, ਤੇਰਾ ਘਰ ਨਹੀਂ ਇਹ, ਤੇਰਾ ਘਰ ਉੱਥੇ ਆ, ਨਹੀਂ ਇੱਥੇ ਤੇਰਾ ਘਰ ਹੈਗਾ, ਇਹਦੇ ਵਿੱਚ ਤੇਰਾ ਹਿੱਸਾ ਹੈਗਾ, ਪਿੰਡ ਦੇ ਵਿੱਚ ਹਿੱਸਾ ਹੈਗਾ, ਧਰਤੀ ਦੇ ਵਿੱਚ ਹਿੱਸਾ ਹੈਗਾ, ਜਾਇਦਾਦ ਦੇ ਵਿੱਚ ਹਿੱਸਾ ਹੈਗਾ। ਸਮਝੇ ਨਾ। ਸੋ ਇਹ ਜਿਹੜੀ ਆ ਨਵਾਂ ਸਿਧਾਂਤ ਜਿਹੜਾ ਹੈਗਾ, ਇਕੁਐਲਿਟੀ, ਲਿਬਰਟੀ, ਜਸਟਿਸ, ਸਾਰਿਆਂ ਨੂੰ ਬਰਾਬਰ ਹੈ ਜੀ, ਔਰ ਇੱਕ ਭਾਈਚਾਰਾ ਜੀ ਹੈ ਜੀ, ਇਹ ਬਾਬਾ ਸਾਹਿਬ ਨੇ ਇੱਕ ਇਹ ਦਿੱਤਾ। ਪਰ 75 ਸਾਲ ਦੀ ਆਜ਼ਾਦੀ ਤੋਂ ਬਾਅਦ ਜਿਹੜੇ ਲੋਕ ਆਏ, ਜਿਹੜੇ ਬਾਬਾ ਸਾਹਿਬ ਦੇ ਵਿਧਾਨ ਦੇ ਕਸਟੋਡੀਅਨ ਸਨ, ਜਿਨ੍ਹਾਂ ਨੇ ਉਹਨਾਂ ਨੂੰ ਬਚਾਉਣਾ ਸੀ, ਠੀਕ ਨਹੀਂ। ਇੱਕ ਮੈਂ ਕਸਟੋਡੀਅਨ ਲਫ਼ਜ਼ ਜਿਹੜਾ ਵਰਤਦਾ, ਬਹੁਤ ਦੇਰ ਦਾ ਵਰਤਦਾ, ਮੈਨੂੰ ਯਾਦ ਆ ਗਿਆ ਜੀ। ਮੈਂ ਮੇਅਰ ਦੀ ਚੇਅਰ ਤੇ ਇੱਥੇ ਬੈਠਾ ਜੀ, ਮੁਖਾਲਫਤ ਵਾਲਿਆਂ ਨੇ ਰੌਲਾ ਪਾਉਣਾ ਨਹੀਂ ਪਿਆਰੇ ਦਰਸ਼ਕੋ ਬੰਦ ਕੀਤਾ, ਹੂ ਜਿੱਦਾਂ, ਤਾਂ ਮੈਂ ਉਹਨਾਂ ਨੂੰ ਇੱਕ ਥੋੜਾ ਖੜਕਾ ਕੇ ਕਿਹਾ ਕਿ ਮੈਂ ਡਰਾਈਵਿੰਗ ਸੀਟ 'ਚ ਹਾਂ, ਆਈ ਐਮ ਕਸਟੋਡੀਅਨ ਆਫ ਦਿਸ ਚੇਅਰ, ਮੈਂ ਇਹਦੀ ਹਿਫਾਜ਼ਤ ਕਰੂੰਗਾ। ਜਿਹਨੇ ਇੱਥੇ ਬਹਿਣਾ ਕੌਂਸਲ ਚੈਂਬਰ ਦੇ ਵਿੱਚ ਬੈਠੇ, ਜਿਹਨੇ ਨਹੀਂ ਬਹਿਣਾ ਉਹ ਬਾਹਰ ਚਲਾ ਜਾਵੇ। ਬਿਲਕੁਲ। ਸਾਰੇ ਬੈਠ ਗਏ। 1-2 ਜਣੇ ਸੀਗੇ ਉਹ ਖੜੇ ਹੁੰਦੇ ਆ ਆਪਣੇ ਚੌਕੀਦਾਰ ਸਾਈਡਾਂ ਤੇ, ਉਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਬਾਹਰ ਲੈ ਜਾਓ। ਮਤਲਬ ਇਹ ਅੰਗਰੇਜ਼ਾਂ ਦੇ ਵਿੱਚ ਇੱਕ ਕੱਲਾ ਸੀ ਮੈਂ, ਹਾਂਜੀ, ਸਮਝੇ ਨਾ। ਔਰ ਅੱਜ ਭਾਰਤ ਦੇ ਵਿੱਚ ਜੋ ਕੁਝ ਹੋ ਰਿਹਾ ਦੇਖੋ ਨਾ, ਕਿ ਭਾਰਤ ਜਿਹੜਾ 75 ਸਾਲ ਦੀ ਆਜ਼ਾਦੀ ਤੋਂ ਬਾਅਦ ਵੀ ਜੀ ਭਾਰਤ ਦਾ ਸੰਵਿਧਾਨ ਸਾੜਿਆ ਜਾ ਰਿਹਾ। ਬਿਲਕੁਲ।
ਔਰ ਬਾਬਾ ਸਾਹਿਬ ਦੇ ਬੁੱਤ ਜਿਹੜੇ ਤੋੜੇ ਜਾ ਰਹੇ ਆ, ਜਿਹੜਾ ਇੱਕ ਮਸੀਹਾ ਆ ਭਾਰਤ ਦੀ 90% ਜਿਹੜੀ ਆਬਾਦੀ ਆ, ਹਾਂਜੀ ਹਾਂਜੀ ਹਾਂਜੀ, ਉਹਦਾ ਇੱਕ ਮਸੀਹਾ ਹਾਂਜੀ ਔਰ ਉਹਦੇ ਬੁੱਤ ਜਿਹੜੇ ਆ ਆਹ, ਉਹ ਤੋੜੇ ਜਾ ਰਹੇ ਤੋੜੇ ਜਾ ਰਹੇ ਆ। ਆ। ਔਰ ਕਈ ਜਗ੍ਹਾ ਮੈਂ ਦੇਖਿਆ ਜਾ ਕੇ, ਇਹ ਕਰਨਾਟਕ ਸਾਈਡ ਤੇ ਵੀ ਜੀ ਗੱਡੀ ਤੇਜ਼ ਜਾਂਦੀ ਸੀ, ਬਾਬਾ ਸਾਹਿਬ ਦਾ ਸਟੈਚੂ ਸੀਗਾ, ਆਲੇ ਦੁਆਲੇ ਜੰਗਲਾ ਤਾਰਾਂ ਵਾਲਾ, ਹਾਂਜੀ। ਬਾਬਾ ਸਾਹਿਬ ਨੇ ਆਜ਼ਾਦੀ ਲੈ ਕੇ ਦਿੱਤੀ, ਮੈਂ ਉਹਨੇ ਕਿਹਾ ਬਾਬਾ ਸਾਹਿਬ ਨੂੰ ਕੈਦੀ ਕਰਕੇ ਰੱਖਿਆ ਹੈ, ਕੈਦੀ ਕਰਕੇ ਰੱਖਿਆ ਹੈ। ਹਾਂਜੀ। ਔਰ ਔਰਤਾਂ ਜਿਹੜੀਆਂ ਹੈਗੀਆਂ ਉਹ ਕਦੀ ਬਾਬਾ ਸਾਹਿਬ ਦਾ ਦੇਣ ਨਹੀਂ ਦੇ ਸਕਦੀਆਂ, ਬਿਲਕੁਲ ਜਿੰਨੀ ਆਜ਼ਾਦੀ ਉਹਨਾਂ ਨੂੰ ਵੀ ਦਿੱਤੀ ਹੈਗੀ ਆ। ਸੋ ਪਿਆਰੇ ਦਰਸ਼ਕੋ, ਅੱਜ ਜਿਹੜਾ ਭਾਰਤ ਦਾ ਹੈਗਾ ਲਾ ਐਂਡ ਆਰਡਰ, ਔਰ ਭਾਰਤ ਨੂੰ ਇੱਕ ਨਵਾਂ ਨਾਮ ਮਿਲਿਆ। ਅੱਗੇ ਤਾਂ ਕਲੰਕ ਸੀਗਾ ਜਾਤ ਪਾਤ ਦਾ ਪਿਆਰੇ ਦਰਸ਼ਕੋ, ਹੁਣ ਇੱਕ ਨਾਂ ਨਾਲ ਹੋਰ ਵੀ ਹੋ ਗਿਆ, ਭਾਰਤ ਇਜ਼ ਏ ਡੇਂਜਰਸ ਕੰਟਰੀ ਫॉर ਔਮਨ। ਜੀ ਔਰਤਾਂ ਲਈ ਬਿਲਕੁਲ। ਇੱਕ ਬਹੁਤ ਖਤਰਨਾਕ ਮੁਲਕ ਹੈ। ਔਰ ਜਿੱਥੇ ਇੱਕ ਮਿੰਟ, ਜਿੱਥੇ 33,000 ਰਿਪੋਰਟਡ ਜਿਹੜੇ ਬਲਾਤਕਾਰ ਵਾ, ਗਵਰਨਮੈਂਟ ਦੇ ਆਪਣੇ ਰਿਕਾਰਡ CRB ਦੇ ਉਹ ਦੱਸਦੇ ਆ ਕਿ 33,000 ਘੱਟੋ ਘੱਟ ਹਰ ਸਾਲ ਰਿਪੋਰਟਡ ਜਿਹੜੇ ਹੈਗੇ ਆ ਰੇਪਸ ਹੈਗੇ ਆ। ਜੀ ਜਿਹੜੇ ਅਨਰਿਪੋਰਟਡ ਹੈਗੇ ਆ ਉਹ ਮੰਨ ਲਓ 33,000। ਕਹਿੰਦੇ ਆ ਕਿ ਜਿਹੜੇ ਸਿਆਣੇ ਆ ਇਹ ਇੱਕ 10% ਵਾ ਦਾ ਟੋਟਲ। ਜੀ ਇਹਦਾ ਮੰਨ ਲਓ 90% ਜਿਹੜੇ ਰਿਪੋਰਟ ਨਹੀਂ ਲੋਕ ਰਿਪੋਰਟ ਨਹੀਂ ਹੁੰਦੇ ਹੈਗੇ। ਹਾਂਜੀ ਹਾਂਜੀ ਡਰ ਦੇ ਮਾਰੇ, ਇੱਜ਼ਤ ਦੇ ਮਾਰੇ, ਸੁਣਦਾ ਹੀ ਕੋਈ ਨਹੀਂ ਫੇ ਗੱਲ ਤਾਂ। ਔਰ ਪੁਲਿਸ ਵਾਲੇ ਜਿਹੜੇ ਉਹ ਨਹੀਂ ਸੁਣਦੇ ਹੈਗੇ। ਪੁਲਿਸ ਵਾਲੇ ਤਾਂ ਆਪ ਹਾਂਜੀ ਦੇਖੋ ਨਾ, ਹਾਂ ਉਹ ਸਮਝੌਤਾ ਕਰਾਉਂਦੇ। ਹਾਂਜੀ ਤੁਸੀਂ ਸੌਰੀ ਗੱਲ ਕਰਦੇ। ਨਹੀਂ ਨਹੀਂ ਕੋਈ ਨਹੀਂ, ਮੈਂ ਉਹੀ ਗੱਲ ਕਰਨੀ ਸੀਗੀ ਕਿ ਜਿਸ ਤਰ੍ਹਾਂ ਬਾਬਾ ਸਾਹਿਬ ਨੇ ਨਾ ਇਹ ਸੰਵਿਧਾਨ ਬਣਾਇਆ ਸੀ, ਜਿਨ੍ਹਾਂ ਉਮੀਦਾਂ ਤੇ ਆਸਾਂ ਲੈ ਕੇ ਉਹ ਸੰਵਿਧਾਨ ਬਣਾਇਆ ਸੀ, ਹਾਂਜੀ ਕੀ ਉਸ ਦੇ ਉੱਤੇ ਉਹ ਉਮੀਦ ਤੇ ਖਰਾ ਉਤਰਿਆ? ਦੇਖੋ, ਸੰਵਿਧਾਨ ਜਿਹੜਾ ਬਾਬਾ ਸਾਹਿਬ ਨੇ ਖੁਦ ਕਿਹਾ ਕਿ ਅਮਨ ਦੇ ਵਿੱਚ, ਸ਼ਾਂਤੀ ਦੇ ਵਿੱਚ, ਲੜਾਈ ਦੇ ਵਿੱਚ, ਜੀ ਬਾਬਾ ਸਾਹਿਬ ਨੇ ਕਿਹਾ ਕਿ ਜਿਹੜਾ ਸੰਵਿਧਾਨ ਦੋਹਾਂ ਹਾਲਤਾਂ ਦੇ ਵਿੱਚ ਪੂਰਾ ਉਤਰਦਾ। ਜੀ ਜੇ ਕਦੀ ਕੋਈ ਖਰਾਬੀ ਹੋਈ ਜੀ ਤਾਂ ਸੰਵਿਧਾਨ ਦਾ ਕਸੂਰ ਨਹੀਂ ਹੋਏਗਾ। ਸੰਵਿਧਾਨ ਨੂੰ ਜਿਹੜੇ ਉਹਦੇ ਕਸਟੋਡੀਅਨ ਆ, ਚਲਾਉਣ ਵਾਲੇ ਆ, ਉਹ ਜਿਹੜੇ ਆ ਉਹਨਾਂ ਦਾ ਕਸੂਰ ਹੋਏਗਾ। ਸਮਝਿਆ ਜਾਏਗਾ ਕਿ ਉਹ ਬੇਈਮਾਨ ਹੋ ਗਏ। ਜੀ ਹਾਂਜੀ, ਇਹ ਬਾਬਾ ਸਾਹਿਬ ਨੇ ਖੁਦ ਇਹ ਗੱਲ ਕਹੀ ਆ ਜੀ ਕਿ ਸੰਵਿਧਾਨ ਦਾ ਕਸੂਰ ਨਹੀਂ ਮੰਨਿਆ ਜਾਏਗਾ। ਅੱਜ ਇਹ ਆ ਦੇਖੋ ਤਾਂ ਰਿਜ਼ਰਵੇਸ਼ਨ ਲੈ ਕੇ ਦਿੱਤੀ ਆ ਹਾਂਜੀ। ਬਾਬਾ ਸਾਹਿਬ ਨੇ, ਔਰ ਪਾਰਲੀਮੈਂਟ ਦੇ ਵਿੱਚ ਇਸ ਲਈ 131 ਜਿਹੜੇ ਆ ਉਹ ਰਿਜ਼ਰਵੇਸ਼ਨ ਤੋਂ ਮੰਨ ਲਓ 543 ਐਮਪੀਆਂ ਚੋਂ 131 ਜਾਂ 32 ਰਿਜ਼ਰਵ ਤੋਂ ਗਏ ਆ, ਬਾਕੀ ਦੂਜੇ ਵੀ ਆ। ਜੀ ਔਰ ਕਦੀ ਆਵਾਜ਼ ਨਹੀਂ ਉੱਠ ਹੋ ਰਹੀ ਕਿ ਇੰਨਾ ਜ਼ੁਲਮ ਸਿਤਮ ਹੋ ਰਿਹਾ ਔਰਤਾਂ ਦੇ, ਬੱਚੀਆਂ ਦੇ ਤੇ ਨਾਬਾਲਗ ਬੱਚੀਆਂ ਦੇ ਉੱਤੇ। ਹਾਂਜੀ, ਬਿਲਕੁਲ ਜਿੱਥੇ ਰੋਟੀ ਕੱਪੜਾ ਮਕਾਨ ਦੀ ਗੱਲ ਹੋਣੀ ਚਾਹੀਦੀ ਆ, ਉੱਥੇ ਇਹ ਦੌੜ ਲੱਗੀ ਹੋਆ ਕਿ ਮੰਦਰਾਂ ਦੇ ਦਰਸ਼ਨ ਕਿਹੜਾ ਜ਼ਿਆਦਾ ਕਰਦਾ। ਹਾਂਜੀ ਹਾਂਜੀ, ਉੱਥੇ ਟੂਣੇ ਟਮਾਣੇ ਕਿਹੜਾ ਜ਼ਿਆਦਾ ਕਰਦਾ, ਉੱਥੇ ਬੱਤੀਆਂ ਕਿਹੜਾ ਜ਼ਿਆਦਾ ਜਾਲਦਾ। ਹਾਂਜੀ, ਸਭ ਤੋਂ ਜ਼ਿਆਦਾ ਹਿੰਦੂ ਕੌਣ ਆ, ਨੌਨ ਹਿੰਦੂ ਕੌਣ ਆ। ਹਾਂਜੀ, ਇਹੋ ਜਿਹੀਆਂ ਗੱਲਾਂ ਹੋ ਰਹੀਆਂ, ਉਹ ਜਿਹੜੀਆਂ ਬਾਬਾ ਸਾਹਿਬ ਨੇ ਪਹਿਲਾਂ ਕਹੀਆਂ ਸੀਗੀਆਂ ਕਿ ਬਹੁਤ ਸਾਰੇ ਧਰਮਾਂ ਦਾ ਔਰ ਬਹੁਤ ਸਾਰੇ ਜਾਤ ਪਾਤ ਦਾ ਮੁਲਕ ਹੈ ਜੀ। ਔਰ ਐਸਾ ਨਾ ਹੋਵੇ ਕਿ ਮੁਲਕ ਦੀ ਜਿਹੜੀ ਆ ਇੰਪੋਰਟੈਂਸ ਉਹਦੋਂ ਉੱਤੇ ਆਪਣੇ ਧਰਮਾਂ ਦੀ ਇੰਪੋਰਟੈਂਸ ਉਹਨੂੰ ਦਿੱਤੀ ਜਾਵੇ। ਬਿਲਕੁਲ, ਉਹ ਜੇ ਹੋ ਰਹੀ ਤਾਂ ਹੀ ਬਰਬਾਦੀਆਂ ਹੋ ਰਹੀਆਂ। ਬਿਲਕੁਲ ਬਿਲਕੁਲ, ਤੁਸੀਂ ਦੇਖੋ ਨਾ, ਹੈ ਨਾ, ਬਾਬਾ ਸਾਹਿਬ ਨੇ ਸਾਨੂੰ ਸੰਵਿਧਾਨ ਲਿਖ ਕੇ ਦਿੱਤਾ, ਹੈ ਨਾ, ਹੱਕ ਲੈ ਕੇ ਦਿੱਤੇ। ਬੇਸ਼ੱਕ ਮਨੂਵਾਦੀ ਸਰਕਾਰ ਨੇ ਰਿਜ਼ਰਵੇਸ਼ਨ ਤੇ ਵੈਸੇ ਖਤਮ ਹੀ ਕਰ ਦਿੱਤੀ ਹੈ। ਜਿਹੜੀ ਮੈਂ ਉਹ ਗੱਲ ਲਗਾਂਗਾ ਨਾ ਕਿ ਜਿਹੜੀ EWS ਆ, ਜਿਹੜੀ ਇਹਨਾਂ ਨੇ 103ਵੀਂ ਜਿਹੜੀ ਆ ਇਹ ਸੋਧ ਕੀਤੀ ਆ, ਉਹਦੇ ਵਿੱਚ ਲਿਖਿਆ ਕਿ ਸਾਨੂੰ ਬਾਬਾ ਸਾਹਿਬ ਨੇ ਸਭ ਕੁਝ ਲੈ ਕੇ ਦਿੱਤਾ, ਰਿਜ਼ਰਵੇਸ਼ਨ ਦਿੱਤੀ, ਖਤਮ ਕਰ ਦਿੱਤੀ ਆ, ਔਰ ਸਰਕਾਰੀ ਪ੍ਰਾਪਰਟੀਆਂ ਵੇਚ ਦਿੱਤੀਆਂ। ਰਿਜ਼ਰਵੇਸ਼ਨ ਕਿੱਥੋਂ ਮਿਲਣੀ ਆ? ਸੋਚਿਆ ਜਾਵੇ ਤਾਂ ਜਿਹੜਾ ਇਹਨਾਂ ਨੇ 3000 ਸਾਲ ਤੋਂ ਇਹਨਾਂ ਹਸਵਨ ਜਾਤੀਆਂ ਨੇ 100% ਰਿਜ਼ਰਵੇਸ਼ਨ ਖਾਧੀ ਆ, ਕਿਉਂਕਿ ਹੋਰ ਕਿਸੇ ਜਾਤ ਨੂੰ ਪੜ੍ਹਨ ਦਾ ਤਾਂ ਮੌਕਾ ਹੀ ਕੋਈ ਨਹੀਂ ਸੀ, ਕੋਈ ਹੱਕ ਨਹੀਂ ਸੀ, ਤਾਂ ਨੌਕਰੀ ਕਿੱਥੋਂ ਮਿਲਣੀ ਸੀ? ਜੀ ਹਾਂਜੀ, ਹੈ ਨਾ। ਭਲਾ ਹੋਵੇ ਬਾਬਾ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਹੱਕ ਲੈ ਕੇ ਦਿੱਤੇ। 70 ਸਾਲ ਤੋਂ ਹੀ ਰਿਜ਼ਰਵੇਸ਼ਨ ਇਹਨਾਂ ਦਾ ਬਰਦਾਸ਼ਤ ਨਹੀਂ ਹੋ ਰਿਹਾ। ਰਿਜ਼ਰਵੇਸ਼ਨ ਇਹ ਇੱਕ SC ST ਨੂੰ ਕਾਬਲੀਅਤ ਦੇ ਅਨੁਸਾਰ ਮਿਲਣੀ ਚਾਹੀਦੀ ਆ। ਰਿਜ਼ਰਵੇਸ਼ਨ ਦੀ ਜਗ੍ਹਾ ਦੇ ਉੱਤੇ ਇੱਕ ਜਨਗਣਨਾ ਕਰਾਵੋ, ਜਿਹੜੀ ਅਸੀਂ ਜਿੰਨੀ ਜਿਸ ਦੀ ਸੰਖਿਆ ਭਾਰੀ ਉਸ ਦੀ ਉਨੀ ਹਿੱਸੇਦਾਰੀ,
तथागत भगवान बुद्ध के कहने अनुसार सबका साथ सबका सबका विकास होना विकास। चाहिए। जी। ਹੁਣ ਇਹ ਪੁਰਾਣਾ ਦਸਤੂਰ ਹੈ, ਇਹ ਰਸਮ, ਇਹ ਰਿਵਾਜ ਅਤੇ ਇਹ ਸਮਾਜ ਬਦਲਣ ਦੀ ਲੋੜ ਹੈ। ਹਾਂ। ਅੱਜ ਵਕਤ ਆ ਤੇ ਕੁਝ ਬਹੁਤ ਬੇਇੰਤਹਾ ਹੋ ਗਈ ਆ, ਬਿਲਕੁਲ ਬਿਲਕੁਲ ਹਨਾ, ਇੰਤਹਾ ਹੋ ਚੁੱਕੀ ਆ। ਆਓ ਅਸੀਂ ਇਸ ਸਮਾਜ ਨੂੰ ਬਦਲੀਏ ਤੇ ਇਸ ਸਮਾਜ ਨੂੰ ਬਦਲਣਾ ਹੀ ਪੈਣਾ ਹੈ। ਬਿਲਕੁਲ, ਇਹਦੇ ਲਈ ਇੱਕ ਗੀਤ ਹੈ ਛੋਟਾ ਜਿਹਾ, ਉਹ ਅਸੀਂ ਜੀ। ਪਲੇ ਕਰ ਦਿੰਨੇ ਹਾਂ। ਓਕੇ ਓਕੇ ਹਾਂਜੀ ਯਾ समाज को बदल डालो, समाज को बदल डालो, समाज को बदल डालो, जुल्म और लूट के रिवाज को बदल डालो, समाज को बदल डालो। कितने घर हैं जिनमें आज रोशनी नहीं, कितने घर हैं जिनमें आज रोशनी नहीं, कितने तन बदन हैं जिनमें जिंदगी नहीं। मुल्क और कौम के मिजाज को बदल डालो, मुल्क और कौम के मिजाज को बदल डालो, समाज को बदल डालो, जुल्म और लूट के रिवाज को बदल डालो, समाज को बदल डालो। ਵੈਲਕਮ ਬੈਕ। ਆਪ ਸਭ ਦਾ ਫਿਰ ਇੱਕ ਵਾਰ ਸਵਾਗਤ ਹੈ। ਸੋ ਆਪਣੇ ਕੋਲ ਫੋਨ ਕਾਲਸ ਆਏ ਹਨ। ਸੋਹਣ ਰੱਤੂ ਦੇ ਪਰਿਵਾਰ ਵੱਲੋਂ ਪੂਰਨ ਚੰਦ ਹਰਬਲਾਸ ਜੀ ਨੂੰ ਕਾਲ ਦੀ ਸ਼ਰਧਾਂਜਲੀਆਂ। KL ਚੰਦ ਜੀ ਬੈਡਫੋਰਡ ਤੋਂ ਸ਼ਰਧਾਂਜਲੀਆਂ ਦੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਨ। ਅਮਿਤਾਭ ਬੱਚ ਕੌਲਤਾਰ, ਦਰਸ਼ਨਾ ਕੌਲਤਾਰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਨ। ਭਾਗ ਜਸਲ ਬੈਂਸ ਸਾਹਿਬ ਬਹੁਤ ਹੀ ਵਧੀਕੀ ਜਾਣਦੇ ਰਹੇ ਹੋ, ਵਧਾਈ ਦੇ ਪਾਤਰ ਹੋ। ਤੇ ਹਰਬਲਾਸ ਕੌਲ ਜੀ ਨੂੰ ਸ਼ਰਧਾਂਜਲੀਆਂ। ਪ੍ਰੋਗਰਾਮ तकरीबन समाप्त है। आप सब का बहुत बहुत धन्यवाद। जय भीम, नमो बुद्धा, जय भीम, बहुत जय धन्यवाद प्रबुद्ध भारत। सुनदा थैंक और यू। साथ देन।